ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਤਾ ਮੈਂ ਰੌਰਾ ਪਰਿਓ ਠੀਕ ਨਹੀਂ ਠਹਿਰਾਏ। ਸਕਲ ਸਿੱਖ ਸੰਗਤ ਹਿਰਦੈ ਚਹਤ ਗੁਰੂ ਵਿਦਤਾਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਕਿ ਗੁਰਤਾ ਗੱਦੀ ਦਾ ਬੜਾ ਰੌਲਾ ਪਿਆ ਹੋਇਆ ਬਕਾਲੇ ਦੀ ਧਰਤੀ ਤੇ। 22 ਮੰਜੀਦਾਰ ਨੇ ਤੇ ਹਰ ਗੁਰੂ ਆਪਣੇ ਆਪ ਨੂੰ ਸੱਚਾ ਗੁਰੂ ਸਾਬਤ ਕਰਦਾ, ਦਾਅਵੇ ਕਰਦਾ ਕਿ ਮੈਂ ਹੀ ਸੱਚਾ ਗੁਰੂ ਹਾਂ। ਬੜਾ ਰੌਲਾ ਪਿਆ ਹੋਇਆ। ਫਿਰ ਅਸਲ ਗੁਰੂ ਕੌਣ ਹੈ ਇਹ ਕਿਸੇ ਨੂੰ ਵੀ ਅਜੇ ਤੱਕ ਨਿਸ਼ਚੈ ਨਹੀਂ ਹੋਇਆ। ਕੋਈ ਵੀ ਇਸ ਨਿਸ਼ਚੈ ਤੇ ਇਸ ਜਿਹੜਾ ਫੈਸਲੇ ਤੇ ਨਹੀਂ ਪਹੁੰਚ ਸਕਿਆ ਕਿ ਅਸਲ ਦੇ ਵਿੱਚ ਸੱਚਾ ਗੁਰੂ ਕੌਣ ਹੈ। ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਸਾਰੀ ਸਿੱਖ ਸੰਗਤ ਜਿਹੜੀ ਉਹ ਚਾਹੁੰਦੀ ਸੀ ਕਿ ਸੱਚੇ ਗੁਰੂ ਸਤਿਗੁਰੂ ਜੀ ਪ੍ਰਗਟ ਹੋਣ ਤੇ ਸਾਡਾ ਵੀ ਭਲਾ ਹੋਵੇ, ਸੱਚੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਸਕੀਏ। ਚੌਪਈ ਮੱਖਣ ਸ਼ਾਹ ਏਕ ਸਿੱਖ ਭਾਰਾ, ਗੁਰ ਸਿੱਖੀ ਕੋ ਮਹਿਤ ਆਧਾਰਾ। ਹੁਣ ਭਾਈ ਸਾਹਿਬ ਜੀ ਅੱਗੇ ਜ਼ਿਕਰ ਕਰਦੇ ਨੇ, ਕਹਿੰਦੇ ਇੱਕ ਭਾਈ ਮੱਖਣ ਸ਼ਾਹ ਨਾਮ ਦਾ ਬੜਾ ਸ੍ਰੇਸ਼ਟ ਸਿੱਖ ਹੈ। ਗੁਰੂ ਘਰ ਦੇ ਵਿੱਚ ਬੜੀ ਸ਼ਰਧਾ ਭਾਵਨਾ, ਗੁਰੂ ਘਰ ਦੇ ਨਾਲ ਬਹੁਤ ਪਿਆਰ ਹੈ। ਗੁਰਸਿੱਖੀ ਦਾ ਵੱਡਾ ਆਧਾਰ ਹੈ, ਭਾਵੇਂ ਗੁਰਸਿੱਖੀ ਦੇ ਆਸਰੇ ਜੀਂਦਾ ਹੈ। ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ। ਕਰ ਸਬਦਾ ਚੜਿਓ ਜਹਾਜ, ਅਨਕ ਵਸਤ ਲੈ ਮਨ ਜਨ ਕਾਜ। ਭਾਈ ਸਾਹਿਬ ਜੀ ਕਹਿੰਦੇ ਜਿਹੜਾ ਭਾਈ ਮੱਖਣ ਸ਼ਾਹ ਹੈ ਉਹ ਬਹੁਤ ਸਾਰਾ ਸੌਦਾ ਜਹਾਜ਼ ਤੇ ਉਹਨੇ ਰੱਖਿਆ ਹੈ। ਬਹੁਤ ਸਾਰੀਆਂ ਵਸਤੂਆਂ ਵਣਜ ਵਪਾਰ ਕਰਨ ਦੇ ਵਾਸਤੇ ਜਹਾਜ਼ ਵਿੱਚ ਰੱਖ ਕਰਕੇ ਤੇ ਜਹਾਜ਼ ਤੇ ਚੜ੍ਹ ਕੇ ਸਮੁੰਦਰੀ ਜਹਾਜ਼ ਦੇ ਉੱਪਰ ਚੜ੍ਹ ਕੇ ਤੁਰ ਪਿਆ ਹੈ। ਦੇਸਾਂਤਰ ਮੈਂ ਵੇਚੋ ਜਾਏ, ਤਹ ਕੀ ਵਸਤ ਖਰੀਦ ਕਰਾਏ। ਹੁਣ ਭਾਈ ਮੱਖਣ ਸ਼ਾਹ ਜਹਾਜ਼ ਤੇ ਸਵਾਰ ਹੋਇਆ। ਆਪਣੇ ਇਸ ਭਾਰਤ ਦੇਸ਼ ਦੇ ਵਿੱਚੋਂ ਬਹੁਤ ਸਾਰਾ ਸਮਾਨ ਜਹਾਜ਼ ਵਿੱਚ ਲੱਦ ਕੇ ਕਿਸੇ ਦੂਜੇ ਦੇਸ਼ ਵਿੱਚ ਗਿਆ ਹੈ। ਕਿਹੜੇ ਦੇਸ਼ ਗਿਆ ਇਹਦਾ ਜ਼ਿਕਰ ਨਹੀਂ ਹੈ, ਪਰ ਇਹ ਕਿਸੇ ਦੂਸਰੇ ਦੇਸ਼ ਦੇ ਵਿੱਚ ਜਾ ਕੇ ਉੱਥੋਂ ਵਸਤੂਆਂ ਇਹਨੇ ਵੇਚ ਦਿੱਤੀਆਂ ਨੇ ਇੱਧਰ ਦੀਆਂ। ਉੱਥੋਂ ਦੀਆਂ ਕੁਝ ਵਸਤੂਆਂ ਖਰੀਦ ਕੇ ਨੇ ਫਿਰ ਜਹਾਜ਼ ਵਿੱਚ ਲੱਦ ਦਿੱਤੀਆਂ ਨੇ। ਧਰ ਜਹਾਜ਼ ਪਰ ਹਜੇ ਹੋਰ, ਬੀਚ ਸਮੁੰਦਰ ਜਹਾਂ ਜਾਲ ਘੋਰ। ਫਿਰ ਜਹਾਜ਼ ਜੋ ਵਸਤੂਆਂ ਲੱਦ ਕੇ ਤੇ ਵਾਪਸ ਮੁੜਿਆ। ਜਦੋਂ ਵਾਪਸ ਆ ਰਿਹਾ ਸੀ ਤੇ ਭਾਈ ਸਾਹਿਬ ਜੀ ਕਹਿੰਦੇ ਜਿੱਥੇ ਸਮੁੰਦਰ ਦੇ ਵਿੱਚ ਬਹੁਤ ਹੀ ਗਹਿਰਾ ਤੇ ਡੂੰਘਾ ਪਾਣੀ ਸੀ, ਤੋਂਗ ਧਰਾਂ ਤੋਂ ਮਿਲੰਦ ਵਿਸ਼ਾਲੈ, ਜੀਵ ਕਰੋ ਰਣਗਤ ਵਰਣਾਲੈ। ਵਰਣਾਲੈ ਦਾ ਉੱਤੇ ਸਮੁੰਦਰ, ਸਮੁੰਦਰ ਜਿਹੜਾ ਉੱਥੇ ਕਰੋੜਾਂ ਜੀਵਾਂ ਸਮੇਤ ਕਹਿੰਦੇ ਬਹੁਤ ਵੱਡੀਆਂ ਤੇ ਉੱਚੀਆਂ ਲਹਿਰਾਂ ਉੱਛਲ ਰਹੀਆਂ ਸੀ। ਵੇਗ ਭੰਜਣ ਕੋ ਬਹੁ ਪਾਏ, ਚੱਲਿਓ ਜਹਾਜ਼ ਦਿਓ ਜਨ ਜਾਏ। ਭਾਈ ਸਾਹਿਬ ਜੀ ਕਹਿੰਦੇ ਹੁਣ ਉਸ ਸਮੁੰਦਰ ਦੇ ਵਿੱਚ ਜਦੋਂ ਜਹਾਜ਼ ਚੱਲ ਰਿਹਾ ਤੇ ਅਚਾਨਕ ਤੂਫਾਨ ਆ ਗਿਆ। ਬਹੁਤ ਤੇਜ਼ ਹਵਾ ਚੱਲੀ, ਬਹੁਤ ਦਬਾਅ ਬਣ ਗਿਆ ਹਵਾ ਦਾ ਤੇ ਜਹਾਜ਼ ਸਮੁੰਦਰ ਵਿੱਚ ਮਨ ਨੂੰ ਇਉਂ ਭੱਜਿਆ ਜਾ ਰਿਹਾ ਸੀ ਜਿਵੇਂ ਕਿ ਅਸਮਾਨ ਦੇ ਵਿੱਚ ਉੱਡ ਰਿਹਾ ਹੋਵੇ। ਚੱਲਿਓ ਜਹਾਜ਼ ਦਿਓ ਜਨ ਜਾਏ, ਕਹਿੰਦੇ ਸਮੁੰਦਰ ਵਿੱਚ ਜਹਾਜ਼ ਇੰਨੀ ਤੇਜ਼ੀ ਦੇ ਨਾਲ ਦੌੜਿਆ ਉਸ ਤੇਜ਼ ਹਵਾ ਦੇ ਕਾਰਨ ਮਾਨੋ ਜਹਾਜ਼ ਜਿਹੜਾ ਉੱਡ ਰਿਹਾ ਹੋਵੇ। ਗਮਣਿਓ ਮਾਰਗ ਕੇਤਕ ਸੋਏ, ਪ੍ਰੇਰਕ ਪੋਤ ਪ੍ਰੇਰ ਤੇ ਜੋਏ। ਪੋਤ ਜਿਹੜਾ ਹੈ ਨਾ ਸ਼ਬਦ ਇਹਦਾ ਅਰਥ ਹੈ ਜਹਾਜ਼, ਪ੍ਰੇਰਕ, ਪ੍ਰੇਰਕ ਦਾ ਅਰਥ ਹੈ ਮਲਾਹ। ਜਹਾਜ਼ ਨੂੰ ਚਲਾਉਣ ਵਾਲੇ ਜਿਹੜੇ ਮਲਾਹ ਸੀ ਉਹ ਬੜੇ ਧਿਆਨ ਦੇ ਨਾਲ ਜਹਾਜ਼ ਨੂੰ ਚਲਾ ਰਹੇ ਨੇ। ਬਹੁਤ ਸਾਰਾ ਸਫ਼ਰ ਜਿਹੜਾ ਉਹਨਾਂ ਨੇ ਜਹਾਜ਼ ਦੇ ਰਾਹੀਂ ਸਫ਼ਰ ਕਰ ਚੁੱਕੇ ਨੇ। ਪਰ ਇਤਨੇ ਮੈਂ ਜਦ ਪਹੁੰਚ ਫੇਰੀ, ਵਿਪਰ ਗਤ ਜਹਾਜ਼ ਕੀ ਪ੍ਰੇਰੀ। ਹੁਣ ਭਾਵੇਂ ਕਿ ਹਵਾ ਤੇਜ਼ ਚੱਲ ਰਹੀ ਸੀ ਪਰ ਪਿੱਛੋਂ ਦੀ ਹਵਾ ਸੀ, ਇਸ ਕਰਕੇ ਮਲਾਹ ਜਿਹੜੇ ਸੀ ਉਹਨਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਉਸ ਜਹਾਜ਼ ਨੂੰ ਪਾਣੀ ਵਿੱਚ ਤੋਰਿਆ, ਲੰਮਾ ਸਫ਼ਰ ਤੈਅ ਕਰ ਲਿਆ। ਪਰ ਖੇਡ ਵਿਗੜ ਗਈ। ਕੀ ਹੋਇਆ? ਭਾਈ ਸਾਹਿਬ ਜੀ ਕਹਿੰਦੇ ਇਤਨੇ ਮੈਂ ਇੰਨੇ ਚਿਰ ਨੂੰ ਚੱਲ ਪਾਉਣ ਕੁਫੇਰੀ, ਕੁਫੇਰੀ ਦਾ ਪਾਪ ਉਲਟੀ ਹਵਾ ਚੱਲ ਗਈ,
ਦੂਜੇ ਪਾਸਿਓਂ ਹਵਾ ਪਹਿਲਾਂ ਪਿਛਲੇ ਪਾਸਿਓਂ ਆ ਰਹੀ ਸੀ, ਫਿਰ ਹਵਾ ਸਾਹਮਣੇ ਪਾਸਿਓਂ ਤੇਜ਼ ਹਵਾ ਚੱਲਣ ਲੱਗ ਪਈ, ਜਿਹੜੀ ਵਿਪਰੈ ਗਤ, ਵਿਪਰੈ ਭਾਵ ਉਲਟੀ, ਗਤ ਭਾਵ ਦਿਸ਼ਾ, ਜਿਹੜੀ ਜਹਾਜ਼ ਨੂੰ ਉਲਟੀ ਦਿਸ਼ਾ ਵਿੱਚ ਲੈ ਤੁਰੀ, ਭਾਵ ਜਹਾਜ਼ ਜਿਹੜਾ ਮੰਨ ਲਓ ਇੱਕ ਘੁੰਮਣ ਘੇਰੀ ਵਿੱਚ ਫਸ ਗਿਆ। ਪਹਿਲਾਂ ਪਿੱਛੋਂ ਹਵਾ ਆ ਰਹੀ ਸੀ, ਫਿਰ ਅੱਗੋਂ ਹਵਾ ਆਉਣੀ ਸ਼ੁਰੂ ਹੋ ਗਈ। ਉਹ ਜਹਾਜ਼ ਜਿਹੜਾ ਹੈ ਉਹ ਉਲਟੀ ਦਿਸ਼ਾ ਨੂੰ ਤੁਰ ਪਿਆ ਹੈ। ਟਾਪੂ ਨਿਕਟ ਉਤੋਂ ਵਡ ਬਾਰੂ, ਨਹਿ ਮਨੁੱਖ ਜੈ ਪਿੱਖੇ ਉਜਾਰੂ। ਭਾਈ ਸਾਹਿਬ ਜੀ ਕਹਿੰਦੇ ਉੱਥੇ ਨਜ਼ਦੀਕ ਹੀ ਇੱਕ ਵੱਡਾ ਸਾਰਾ ਟਾਪੂ ਸੀ, ਰੇਤ ਦਾ ਟਾਪੂ ਬਣਿਆ ਹੋਇਆ ਸੀ। ਬਾਰੂ ਦਾ ਅਰਥ ਹੈ ਰੇਤ, ਰੇਤ ਦਾ ਇੱਕ ਵੱਡਾ ਟਾਪੂ ਸੀ। ਤੇ ਉਸ ਟਾਪੂ ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਮਨੁੱਖ ਨਾਂ ਦੀ ਕੋਈ ਚੀਜ਼ ਨਹੀਂ ਸੀ, ਭਾਵ ਮਨੁੱਖ ਤੇ ਕੋਈ ਨਜ਼ਰ ਹੀ ਨਹੀਂ ਸੀ ਆਉਂਦਾ। ਜਿੱਧਰ ਵੀ ਵੇਖੀਦਾ ਸੀ ਉਜਾੜ ਹੀ ਉਜਾੜ ਨਜ਼ਰ ਆਉਂਦੀ ਹੈ। ਬਿਬਸ ਜਹਾਜ਼ ਪ੍ਰੇਰਕਨ ਭਇਓ, ਬਲ ਕਰ ਰਹੇ ਸਥੰਭ ਨਾ ਗਇਓ। ਜਿਹੜੇ ਜਹਾਜ਼ ਦੇ ਮਲਾਹ ਸੀ, ਜਿਹੜੇ ਪ੍ਰੇਰਕਨ ਜਿਹੜੇ ਸੀ, ਭਾਈ ਸਾਹਿਬ ਜੀ ਕਹਿੰਦੇ ਉਹ ਵਿਚਾਰੇ ਬੇਵੱਸ ਹੋ ਗਏ। ਉਹਨਾਂ ਦੀ ਹੁਣ ਵਾਹ ਪੇਸ਼ ਨਹੀਂ ਜਾ ਰਹੀ ਕਿ ਕੀ ਕਰੀਏ। ਬੇਵੱਸ ਹੋ ਗਏ, ਬੜਾ ਉਹਨਾਂ ਨੇ ਜ਼ੋਰ ਲਾਇਆ, ਪਰ ਜਹਾਜ਼ ਉਹਨਾਂ ਕੋਲ ਰੋਕਿਆ ਨਾ ਗਿਆ ਕਿ ਉਲਟੀ ਦਿਸ਼ਾ ਵਿੱਚ ਜਹਾਜ਼ ਦੌੜਿਆ ਜਾ ਰਿਹਾ ਸੀ। ਉਹਨਾਂ ਰੋਕਣ ਦਾ ਯਤਨ ਕੀਤਾ ਕਿ ਜਹਾਜ਼ ਨੂੰ ਰੋਕ ਲਈਏ, ਸਿੱਧੇ ਪਾਸੇ ਚਲਾਈਏ, ਪਰ ਉਹਨਾਂ ਦੀ ਪੇਸ਼ ਕੋਈ ਨਾ ਗਈ। ਅਦੁਕ ਵੇਗ ਬਾਗ ਤੋਂ ਆਏ, ਸਿੱਖਤਾ ਥਲ ਪਰ ਗਾ ਅਟਕਾਏ। ਤਾਂ ਭਾਈ ਸਾਹਿਬ ਜੀ ਕਹਿੰਦੇ ਫਿਰ ਤੇਜ਼ ਜਿਹੜਾ ਸੀ ਜਹਾਜ਼, ਜਿਹੜਾ ਸੀ ਤੇਜ਼ ਹਵਾ ਦੇ ਕਾਰਨ ਉਲਟੀ ਦਿਸ਼ਾ ਵੱਲ ਨੂੰ ਤੇਜ਼ੀ ਦੇ ਨਾਲ ਦੌੜਿਆ, ਤੇ ਉਹ ਜਿਹੜਾ ਰੇਤ ਦਾ ਟਾਪੂ ਸੀ, ਉਸ ਟਾਪੂ ਦੇ ਉੱਪਰ ਜਹਾਜ਼ ਚੜ੍ਹ ਗਿਆ। ਉਸ ਟਾਪੂ ਦੇ ਉੱਪਰ ਜਦੋਂ ਜਹਾਜ਼ ਚੜ੍ਹ ਗਿਆ ਤੇ ਉੱਥੇ ਰੇਤਲੀ ਥਾਂ ਤੇ ਜਾ ਕੇ ਜਹਾਜ਼ ਅਟਕ ਗਿਆ। ਉੱਥੇ ਜਹਾਜ਼ ਅਟਕ ਗਿਆ, ਰੁਕ ਗਿਆ, ਨਾ ਅੱਗੇ ਜਾਂਦਾ ਨਾ ਪਿੱਛੇ ਜਾਂਦਾ ਹੈ। ਕੁੱਲ ਸਾਗਰ ਕੀ ਲੱਗੇ ਤਰੰਗ, ਪੁਸ਼ਕ ਗਇਓ ਚੜ ਜੈ ਥਲ ਤੁੰਗ। ਤਾਂ ਭਾਈ ਸਾਹਿਬ ਜੀ ਕਹਿੰਦੇ ਹੁਣ ਇੱਕ ਪਾਸੇ ਰੇਤ ਦਾ ਪਹਾੜ ਮਨ ਟਾਪੂ ਸੀ, ਦੂਜੇ ਪਾਸੋਂ ਤੇਜ਼ ਹਵਾ, ਸਮੁੰਦਰ ਦੀਆਂ ਤੇਜ਼ ਲਹਿਰਾਂ ਨੇ ਜਹਾਜ਼ ਨੂੰ ਇੰਨਾ ਧੱਕ ਦਿੱਤਾ ਕਿ ਉਹ ਜਿਹੜਾ ਜਹਾਜ਼ ਸੀ ਉਹ ਰੇਤ ਦੇ ਟਾਪੂ ਦੇ ਉੱਪਰ ਚੜ੍ਹ ਗਿਆ ਥੋੜ੍ਹਾ ਜਿਹਾ, ਤੇ ਉੱਥੇ ਜਾ ਕੇ ਜਹਾਜ਼ ਜਿਹੜਾ ਸੀ ਉਹ ਫੜ ਜਾਂਦਾ ਹੈ। ਫਿਰ ਮੱਖਣ ਆਸ ਚਰਤ ਮਨ ਕੀ ਮਾਨਾ, ਚਿੱਤ ਪਰਾਇਣ ਭਏ ਮਹਾਨਾ। ਭਾਈ ਮੱਖਣ ਸ਼ਾਹ ਬੜਾ ਹੈਰਾਨ ਹੋਇਆ, ਪਰੇਸ਼ਾਨ ਹੋਇਆ ਕਿ ਹੁਣ ਮੈਂ ਕੀ ਕਰਾਂ, ਕਿ ਜਹਾਜ਼ ਜਿਹੜਾ ਇੱਥੇ ਫਸ ਗਿਆ। ਹੁਣ ਮਨ ਵਿੱਚ ਬੜੀ ਚਿੰਤਾ ਲੱਗੀ ਕਿ ਹੁਣ ਮੇਰਾ ਇਹ ਜਹਾਜ਼ ਕਿਵੇਂ ਵਾਪਸ ਸਮੁੰਦਰ ਵਿੱਚ ਜਾਏ, ਕਿਵੇਂ ਮੈਂ ਪਾਰ ਲੱਗਾ। ਤਾਂ ਬੜਾ ਡੱਕੋ ਡੋਲੇ ਜੇ ਖਾ ਰਿਹਾ ਸੀ। ਨਰਕ ਉਪਾਏ ਕਨੀ ਕੀਨ ਬੰਦੇਰਾ, ਬੁੱਧ ਕਰਕੇ ਅਰਪੂਜ ਘਨੇਰਾ। ਮੱਖਣ ਸ਼ਾਹ ਦੇ ਨਾਲ ਜਿਹੜੇ ਜਹਾਜ਼ੀ ਸੀ, ਜਿਹੜੇ ਮਲਾਹ ਸੀ, ਉਹਨਾਂ ਬੰਦਿਆਂ ਨੇ ਬੜਾ ਜ਼ੋਰ ਲਾਇਆ ਕਿ ਇਸ ਜਹਾਜ਼ ਨੂੰ ਉਸ ਰੇਤ ਦੇ ਟਾਪੂ ਤੋਂ ਖਿੱਚ ਕੇ ਤੇ ਸਮੁੰਦਰ ਵਿੱਚ ਲੈ ਜਾਈਏ, ਤੇ ਫਿਰ ਇਹਨੂੰ ਅੱਗੇ ਨੂੰ ਤੋਰਨ ਦਾ ਯਤਨ ਕਰੀਏ। ਉਹਨਾਂ ਆਪਣੀ ਮੱਤ ਦੇ ਨਾਲ ਸਾਰੀਆਂ ਸਿਆਣਪਾਂ ਵਰਤੀਆਂ, ਸਾਰੇ ਤਰੀਕੇ, ਸਾਰੇ ਢੰਗ ਉਹਨਾਂ ਨੇ ਵਰਤੇ ਨੇ ਕਿ ਇਹ ਜਹਾਜ਼ ਕਿਸੇ ਤਰ੍ਹਾਂ ਸਮੁੰਦਰ ਵਿੱਚ ਚਲੇ ਜਾਏ। ਪਰ ਉਹ ਜਹਾਜ਼ ਕਹਿੰਦੇ ਰੇਤ ਦੇ ਉਸ ਟਾਪੂ ਤੇ ਫਸਿਆ ਹੋਇਆ ਹੈ। ਸਿੱਖਤਾ ਟਾਰੇ ਬਾਸ਼ ਤਲ ਦੇ, ਤਉ ਨਾ ਹਾਲਤ ਭਾ ਕਿਸ ਥਲ ਤੇ। ਹੁਣ ਉਹ ਜਿਹੜੇ ਮਲਾਹ ਸੀ ਜਾਂ ਉਹਦੇ ਨਾਲ ਜਿਹੜੇ ਮੱਖਣ ਸ਼ਾਹ ਦੇ ਬੰਦੇ ਸੀ, ਆਦਮੀ ਸੀ, ਉਹਨਾਂ ਨੇ ਜਹਾਜ਼ ਦੇ ਥੱਲੇ ਲੱਕੜਾਂ ਦੇ ਕੇ ਉਹਨੂੰ ਦੂਜੇ ਪਾਸੇ ਧੱਕਿਆ, ਸਮੁੰਦਰ ਵਾਲੇ ਪਾਸੇ ਨੂੰ, ਕਿ ਸਮੁੰਦਰ ਵਿੱਚ ਵਾਪਸ ਜਾਏ। ਪਰ ਭਾਈ ਸਾਹਿਬ ਜੀ ਕਹਿੰਦੇ ਨੇ ਜਹਾਜ਼ ਉਸ ਥਾਂ ਤੋਂ ਹਿੱਲਦਾ ਹੀ ਨਹੀਂ ਸੀ, ਟਸ ਤੋਂ ਮਸ ਨਾ ਹੋਇਆ। ਜਹਾਜ਼ ਐਨ ਅੜ ਗਿਆ ਉਸ ਜਗ੍ਹਾ ਤੇ ਜਿੱਥੇ ਰੇਤ ਦੇ ਵਿੱਚ ਫਸਿਆ ਹੋਇਆ ਸੀ। ਭਇਓ ਨਿਰਾਸ ਜਤਨ ਕੇ ਕਰਬੇ, ਉਪਜੀ ਏਕ ਆਸ ਤਜ ਸਰਬੇ। ਬੜੇ ਯਤਨ ਕੀਤੇ ਭਾਈ ਮੱਖਣ ਸ਼ਾਹ ਦੇ ਬੰਦਿਆਂ ਨੇ, ਮਲਾਹਾਂ ਨੇ। ਭਾਈ ਮੱਖਣ ਸ਼ਾਹ ਨੇ ਆਪ ਕਈ ਤਰੀਕਿਆਂ ਦੇ ਨਾਲ ਉਹਨਾਂ ਨੂੰ ਦੱਸ ਕੇ ਜਹਾਜ਼ ਨੂੰ ਸਮੁੰਦਰ ਵਿੱਚ ਠੇਲਣ ਦਾ ਯਤਨ ਕੀਤਾ, ਪਰ ਸਾਰੇ ਨਿਰਾਸ਼ ਹੋ ਗਏ, ਕਿਸੇ ਦੀ ਕੋਈ ਵਾਹ ਪੇਸ਼ ਨਾ ਗਈ। ਅਖੀਰ ਨਿਰਾਸ਼ ਹੋ ਕੇ ਮੱਖਣ ਸ਼ਾਹ ਬੈਠ ਗਿਆ। ਉਹਦੇ ਮਨ ਨੂੰ ਕਦੀ ਕੋਈ ਆਸ ਨਜ਼ਰ ਆਈ, ਆਸ ਦੀ ਕਿਰਨ ਨਜ਼ਰ ਆਈ ਕਿ ਸਾਡੇ ਤੇ ਸਾਰੇ ਹੀਲੇ ਖਤਮ ਹੋ ਗਏ, ਹੁਣ ਕੋਈ ਆਸ ਹੈ। ਅਬ ਸਤਿਗੁਰ ਹੀ ਬਣੇ ਸਹਾਈ, ਨੈ ਅਰਪਣ ਕੀ ਗਤ ਦੇ ਆਈ। ਤੇ ਮੱਖਣ ਸ਼ਾਹ ਦੇ ਮਨ ਦੀ ਆਸ ਬਣੀ, ਇਹ ਕਿਰਨ ਜਾਗੀ ਆਸ ਦੀ ਕਿ ਹੁਣ ਤੇ ਕੇਵਲ ਸਤਿਗੁਰ ਹੀ ਸਾਡੀ ਸਹਾਇਤਾ ਕਰ ਸਕਦਾ ਹੈ। ਜਿੱਥੇ ਕਿਸੇ ਮਨੁੱਖ ਦੇ ਪਹੁੰਚਣ ਦੀ ਕੋਈ ਜੁਗਤ ਨਹੀਂ, ਜਿੱਥੇ ਕਿਸੇ ਮਨੁੱਖ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ, ਜਿੱਥੇ ਕਿਸੇ ਦਾ ਕੋਈ ਜ਼ੋਰ ਬਲ ਨਹੀਂ ਚੱਲ ਸਕਦਾ,
ਉੱਥੇ ਕੇਵਲ ਸਤਿਗੁਰੂ ਹੀ ਮਦਦਗਾਰ ਬਣ ਸਕਦੇ ਹਨ। ਜਿਮ ਜਮ ਲੋਕ ਮਹਾ ਭੈ ਦਾਇਕ, ਤੈ ਇਕਲ ਕੇ ਹੋਏ ਸਹਾਇਕ। ਤੋ ਮੱਖਣ ਸ਼ਾਹ ਮਨ ਦੇ ਵਿੱਚ ਸੋਚਦਾ ਹੈ, ਕਹਿੰਦਾ ਜਿਵੇਂ ਜਮ ਲੋਕ ਦਾ ਬੜਾ ਡਰ ਹੈ, ਪਰ ਜਿੱਥੇ ਜਮ ਲੋਕ ਦੇ ਵਿੱਚ ਕੋਈ ਮਦਦਗਾਰ ਨਹੀਂ, ਉੱਥੇ ਕੇਵਲ ਸਤਿਗੁਰੂ ਹੀ ਇੱਕ ਪ੍ਰਾਣੀ ਦੇ ਭਾਵ ਹਰ ਇੱਕ ਦੇ ਮਦਦਗਾਰ ਬਣਦੇ ਨੇ, ਜਿਹੜਾ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ ਦੇ ਵਿਚਾਰ ਭਾਈ ਮੱਖਣ ਸ਼ਾਹ ਜੀ ਨੇ ਆਪਣੇ ਮਨ ਵਿੱਚ ਕੀਤੀ ਹੈ। हे ਪ੍ਰਭ, ਤੁਮ ਇਸ ਪ੍ਰਕਾਰ ਕਰ ਸਿੱਖ ਨਿਸ਼ਚੈ ਧਰ ਕੇ, ਕਰ ਪਗ ਨੀਰ ਪਖਾਰਨ ਕਰਕੇ। ਇਸ ਤਰ੍ਹਾਂ ਫਿਰ ਭਾਈ ਮੱਖਣ ਸ਼ਾਹ ਨੇ ਕਹਿੰਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਪੂਰਨ ਭਰੋਸਾ ਰੱਖਿਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਬਚਨ ਨਹੀਂ, ਸਤਿਗੁਰੂ ਜੀ ਕਹਿੰਦੇ ਜੇ ਮਨ ਚ ਆਸ ਰੱਖੇ ਹਰ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੇ ਸਭ ਕਿਛ ਜੋ ਜੀ ਵਰਤੈ, ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਕੋਈ ਮਨ ਵਿੱਚ ਪੂਰੀ ਆਸ ਗੁਰੂ ਤੇ ਰੱਖੇ, ਪੂਰਾ ਭਰੋਸਾ ਗੁਰੂ ਦਾ ਰੱਖ ਕੇ ਕੋਈ ਕਾਰਜ ਸ਼ੁਰੂ ਕਰੇ ਜਾਂ ਗੁਰੂ ਅੱਗੇ ਅਰਦਾਸ ਕਰੇ, ਅਰਦਾਸ ਪੂਰੀ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਕਿਉਂਕਿ ਸਤਿਗੁਰੂ ਜੀ ਦੇ ਬਚਨ ਨੇ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ। ਜਿਹੜਾ ਸੇਵਕ ਬਣ ਕੇ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ, ਉਹਦੀ ਅਰਦਾਸ ਕਦੇ ਵਿਅਰਥ ਨਹੀਂ ਹੁੰਦੀ। ਭਾਈ ਮੱਖਣ ਸ਼ਾਹ ਨੇ ਗੁਰੂ ਤੇ ਪੂਰਾ ਭਰੋਸਾ ਰੱਖ ਕੇ, ਗੁਰੂ ਦੀ ਆਸ ਰੱਖ ਕੇ, ਕਹਿੰਦੇ ਕਰ ਭਾਵ ਹੱਥ ਪੱਗ, ਹੱਥ ਤੇ ਪੈਰ ਜਿਹੜੇ ਨੇ ਨੀਰ ਪਖਾਰਨ ਕਰਕੇ, ਪਾਣੀ ਦੇ ਨਾਲ ਧੋ ਕੇ, ਉੱਥੇ ਹੀ ਸਮੁੰਦਰ ਦੇ ਪਾਣੀ ਨਾਲ ਹੱਥ ਪੈਰ ਧੋ ਕੇ, ਜੋਤੀ ਰੂਪ ਗੁਰੂ ਕੋ ਧਿਆਨ, ਅਚਲ ਠਾੜ ਬਾ ਅੰਜੁਲ ਠਾਨ। ਪਰਮਾਤਮਾ ਸਰੂਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ। ਦੋਵੇਂ ਹੱਥ ਜੋੜ ਕੇ ਭਾਈ ਮੱਖਣ ਸ਼ਾਹ ਅਡੋਲ ਹੋ ਕੇ ਖੜਾ ਹੋ ਗਿਆ, ਸਿਰ ਝੁਕਾਇਆ, ਦੋਵੇਂ ਹੱਥ ਜੋੜੇ ਤੇ ਖਲੋ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। हे ਪ੍ਰਭ, ਤੁਮ ਨਿਰਾਸ ਕੀ ਆਸ, ਅੰਤਰ ਜਾਮੀ ਸਰਬ ਪ੍ਰਕਾਸ਼। ਅਰਦਾਸ ਕਰਦਾ ਹੈ ਭਾਈ ਮੱਖਣ ਸ਼ਾਹ, ਕਹਿੰਦੇ ਸਤਿਗੁਰੂ ਜੀ, ਤੁਸੀਂ ਹੀ 84 ਦੀ ਆਸ ਹੋ, ਜਿਹਦਾ ਕੋਈ ਆਸ ਸਹਾਰਾ ਨਾ ਰਵੇ, ਉਹਦਾ ਸਹਾਰਾ ਤੁਸੀਂ ਬਣਦੇ ਹੋ। ਜਾਂ ਕਹੋ ਮੁਸ਼ਕਲ ਅਸ ਬਣੇ, ਧੋਈ ਕੋਈ ਨਾ ਦੇ, ਲਾਖੂ ਹੋਏ ਦੁਸ਼ਮਣਾ ਸਾਖ ਤੇ ਭੱਜ ਕਰੇ, ਸਭੋ ਭੱਜੈ ਆਸਰਾ, ਚੁੱਕੇ ਸਭ ਸਰਾਓ, ਚਿਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਭਾਈ ਮੱਖਣ ਸ਼ਾਹ ਨੇ ਗੁਰੂ ਤੇ ਭਰੋਸਾ ਰੱਖ ਕੇ ਅਰਦਾਸ ਕੀਤੀ, ਸਤਿਗੁਰੂ ਤੁਸੀਂ ਨਿਰਾਸਿਆਂ ਦੇ ਆਸਰੇ ਹੋ, ਅੰਤਰਜਾਮੀ ਹੋ, ਸਾਰੇ ਪਾਸੇ ਤੁਹਾਡਾ ਹੀ ਪ੍ਰਕਾਸ਼ ਹੈ। ਦ੍ਰੁਪਦ ਸੁਤਾ ਸਚ ਕਸਰ ਬਖਸ਼ੈ, ਗਏ ਉਸ ਤੋਂ ਮਾਰਗ ਜਾਵੇ ਆਸ਼ੈ। हे ਪਰਿਪੂਰਨ ਪਰਮਾਤਮਾ ਜੀ, ਦ੍ਰੁਪਦ ਦੀ ਪੁੱਤਰੀ ਦ੍ਰੋਪਦੀ ਨੇ ਸਾਰੀਆਂ ਆਸਾਂ ਛੱਡ ਕੇ ਜਦੋਂ ਭਰੀ ਸਭਾ ਦੇ ਵਿੱਚ ਕੇਵਲ ਤੁਹਾਡੀ ਆਸ ਧਾਰਨ ਕੀਤੀ ਹੈ। ਸਭ ਸੰਤੋਖ ਗੋਪਤਾ ਕੀਨੰਤਾ, ਸਭਾ ਵਿੱਚ ਬਰੀਦਾ ਰੱਖ ਦੀਨੰਤਾ। हे ਮੇਰੇ ਪਰਿਪੂਰਨ ਪਰਮਾਤਮਾ, ਉਸ ਸਮੇਂ ਜਦੋਂ ਦ੍ਰੋਪਦੀ ਨੇ ਸਾਰੀਆਂ ਆਸਾਂ ਛੱਡ ਕੇ ਕੇਵਲ ਤੁਹਾਡਾ ਆਸਰਾ ਤੱਕਿਆ ਤੇ ਤੁਸੀਂ ਭਰੀ ਸਭਾ ਦੇ ਵਿੱਚ ਉਹਦੀ ਰੱਖਿਆ ਕੀਤੀ, ਉਹਦੀ ਇੱਜ਼ਤ ਪੱਤ ਦੇ ਰਖਵਾਲੇ ਬਣੇ ਹੋ। ਖੇਲਤ ਦਿਉਤ ਯੁਧਿਸ਼ਠਰ ਰਾਉ, ਸਿਮਰਿਓ ਤੁਮਰੋ ਨਾਮ ਨਾ ਗਾਉ। ਇਹ ਅਕਾਲ ਪੁਰਖ ਦੀ ਜਿਹੜਾ ਪਾਂਡਵਾਂ ਦਾ ਵੱਡਾ ਭਰਾ ਯੁਧਿਸ਼ਠਰ ਹੈ, ਉਹਨੇ ਜਦੋਂ ਕੌਰਵਾਂ ਦੇ ਨਾਲ ਜੂਆ ਖੇਡਿਆ, ਉਹਨੇ ਤੁਹਾਡੀ ਆਸ ਨਹੀਂ ਤੱਕੀ, ਤੁਹਾਡਾ ਨਾਮ ਨਹੀਂ ਸਿਮਰਿਆ। ਇਸ ਕਰਕੇ ਨਹਿ ਸਹਾਇਤਾ ਤੁਸੀ ਕਰੀ, ਵਿਪਣ ਜਾਣ ਲਗ ਵਿਪਤਾ ਕਰੀ। ਤੇ ਸਤਿਗੁਰੂ ਜੀ, ਇਹ ਪਰਿਪੂਰਨ ਪਰਮਾਤਮਾ ਜੀ, ਤੁਸੀਂ ਯੁਧਿਸ਼ਠਰ ਦੀ ਕੋਈ ਮਦਦ ਨਹੀਂ ਕੀਤੀ, ਉਹਨੇ ਤੁਹਾਡਾ ਆਸਰਾ ਨਹੀਂ ਤੱਕਿਆ, ਇਸ ਕਰਕੇ ਤੁਸੀਂ ਉਹਦੀ ਕੋਈ ਮਦਦ ਨਾ ਕੀਤੀ। ਅਖੀਰ ਉਹਨੂੰ ਜੂਆ ਹਾਰ ਕੇ ਬਨਵਾਸ ਜਾਣਾ ਪਿਆ ਔਰ ਬਹੁਤ ਸਾਰੇ ਦੁੱਖ ਸਹਿਣੇ ਪਏ ਹਨ। ਸਿਮਰਨ ਤੇ ਨਿਤ ਹੋਤ ਸਹਾਈ, ਰਾਵਣ ਬਿਰਦ ਸਨਾਤਨ ਗਾਈ। हे ਪਰਮਾਤਮਾ ਜੀ, ਜਿਹੜਾ ਵੀ ਤੁਹਾਡਾ ਨਾਮ ਜਪਦਾ ਹੈ, ਤੁਸੀਂ ਹਮੇਸ਼ਾ ਉਹਦੇ ਮਦਦਗਾਰ ਬਣਦੇ ਹੋ। ਇਹ ਤੁਹਾਡਾ ਬਿਰਦ ਹੈ, ਨੇਮ ਹੈ, ਇਹ ਕੋਈ ਨਵਾਂ ਨਹੀਂ।
ਇਹ ਤੁਹਾਡਾ ਬਿਰਧ ਹੈ। ਸਨਾਤਨ ਭਾਵ ਸਭ ਤੋਂ ਪੁਰਾਣਾ ਬਿਰਧ ਇਹ ਹੈ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਹਰ ਯੁੱਗ ਦੇ ਵਿੱਚ ਤੁਸੀਂ ਭਗਤ ਪੈਦਾ ਕੀਤੇ ਨੇ, ਹਰ ਯੁੱਗ ਦੇ ਵਿੱਚ ਤੁਸੀਂ ਆਪਣੇ ਭਗਤਾਂ ਦੀ ਬਿਰਧ ਬਾਣੀ ਦੀ ਲਾਜ ਰੱਖਦੇ ਹੋ। ਇਹ ਤੁਹਾਡਾ ਸਭ ਤੋਂ ਪੁਰਾਣਾ ਧਰਮ ਬਿਰਧ ਹੈ। ਮੈਂ ਸਦੀਵ ਕੋ ਦਾਸ ਤੁਮਾਰੋ, ਅਬ ਜਹਾਜ ਕੋ ਪਾਰ ਉਤਾਰੋ। ਤੇ ਕਹਿੰਦੇ ਸਤਿਗੁਰੂ ਨੇ ਪਰਿਪੂਰਨ ਪਰਮਾਤਮਾ ਜੀ, ਮੈਂ ਆਪ ਜੀ ਦਾ ਚਰਨ ਸੇਵਕ ਹਾਂ। ਇਸ ਵੇਲੇ ਮੈਂ ਆਪ ਜੀ ਦੇ ਅਧੀਨ ਹੋ ਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਜਹਾਜ਼ ਨੂੰ ਇਸ ਸਮੁੰਦਰ ਤੋਂ ਪਾਰ ਕਰ ਦਿਓ। ਸਤਿਗੁਰ ਤੇਗ ਬਹਾਦਰ ਧੀਰ, ਅੰਤਰਜਾਮੀ ਸਰਬ ਸਧੀਰ। ਭਾਈ ਸਾਹਿਬ ਜੀ ਕਹਿੰਦੇ ਸ਼ਾਂਤ ਚਿੱਤ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਰਬ ਸ੍ਰੇਸ਼ਟ ਧੀਰਜਵਾਨ ਤੇ ਸਾਰਿਆਂ ਦੇ ਅੰਦਰਾਂ ਦੀ ਜਾਣਨ ਵਾਲੇ। ਨਹੀਂ ਜਨਾਵਣ ਆਪਾ ਕਰਹੀ, ਸਹਿਜ ਸੁਭਾਇਕ ਸਮਤਾ ਧਰਹੀ। ਸਤਿਗੁਰੂ ਜੋ ਆਪਣੇ ਆਪ ਨੂੰ ਜਣਾਉਂਦੇ ਨਹੀਂ ਸੀ, ਗੁਪਤ ਰੂਪ ਦੇ ਵਿੱਚ ਵਿਚਰ ਰਹੇ ਨੇ ਬਕਾਲੇ ਦੀ ਧਰਤੀ ਤੇ। ਜਿਹੜੇ ਬੜੇ ਸਹਿਜ ਸੁਭਾਅ ਦੇ ਤੇ ਦੁੱਖ ਸੁੱਖ ਨੂੰ ਸਮਭਾਵ ਵਿੱਚ ਜਾਣਨ ਵਾਲੇ, ਦੁੱਖ ਸੁੱਖ ਨੂੰ ਇੱਕ ਬਰਾਬਰ ਜਾਣਨ ਵਾਲੇ ਜਿਹੜੇ ਸਤਿਗੁਰੂ ਹਨ। ਉਹ ਇੱਕ ਨਾਮ ਹੋ ਜਾਂਦੇ, ਕਹਿਣ ਮਿਲਣ ਕੀ ਕਰੇ ਨਾ ਸਿਆਣੇ। ਉਹਨਾਂ ਦੀ ਨਾਮ ਨਾਲ ਗੁਰੂ ਸ਼ਖਸੀਅਤ ਨੂੰ ਵਿਰਲਾ ਹੀ ਜਾਣਦਾ। ਭਾਵ ਜਿੰਨੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਪਰਮਾਤਮਾ ਵਿੱਚ ਅਭੇਦਤਾ ਹੈ, ਪਰਮਾਤਮਾ ਵਿੱਚ ਜਿਹੜਾ ਉਹਨਾਂ ਦਾ ਇੱਕ ਰੂਪ ਹੋਇਆ ਸਰੂਪ ਹੈ, ਇਹ ਤੇ ਕੋਈ ਵਿਰਲਾ ਹੀ ਸਮਝ ਸਕਦੇ ਨਾ। ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਨ ਹੈ। ਸਤਿਗੁਰੂ ਜੀ ਵਚਨ ਕਰਦੇ ਜਿਹੜਾ ਬ੍ਰਹਮ ਦੇ ਨਾਲ ਮਿਲ ਚੁੱਕਿਆ ਹੈ, ਉਹਦੀ ਵਿਧੀ ਨੂੰ, ਉਹਦੇ ਭੇਦ ਨੂੰ ਜੁੜਿਆ ਹੋਇਆ ਸਮਝ ਸਕਦਾ ਹੈ। ਹੁਣ ਉਹ ਕਹਿਣ ਮਿਲਣ ਕੀ ਕਰੇ ਨਾ ਸਿਆਣੇ। ਗੱਲਾਂ ਬਾਤਾਂ ਤੇ ਸਤਿਗੁਰੂ ਜੀ ਸਾਰਿਆਂ ਨਾਲ ਹੀ ਕਰਦੇ ਨੇ, ਪਰ ਕਿਸੇ ਨੂੰ ਪਛਾਣ ਨਹੀਂ ਕਿ ਸੱਚਾ ਗੁਰੂ ਇਹ ਹੈ। ਵਾਹਿਗੁਰੂ ਜਿਹੜੇ ਆਪਣਾ ਦਾਅਵਾ ਕਰਦੇ ਸੀ, ਰੌਲਾ ਪਾਉਂਦੇ ਸੀ, ਉਹ ਲੁਕੇ, ਉਹ ਜਿਹੜੇ ਪ੍ਰਗਟ ਰੂਪ ਵਿੱਚ ਲੋਕਾਂ ਨੂੰ ਗੁਰੂ ਹੋਣ ਦਾ ਦਾਅਵਾ ਕਰਦੇ ਫਿਰਦੇ ਨੇ, ਉਹ ਅਸਲ ਦੇ ਵਿੱਚ ਪਖੰਡੀ ਨੇ, ਝੂਠੇ ਗੁਰੂ ਨੇ। ਪਰ ਸੱਚਾ ਗੁਰੂ ਜਿਹੜਾ ਹੈ ਉਹ ਕੋਈ ਦਾਅਵਾ ਨਹੀਂ ਕਰ ਰਿਹਾ, ਉਹ ਐਨ ਗੁਪਤ ਰੂਪ ਵਿੱਚ ਵਿਚਰਿਆ ਹੈ। ਨਿਜ ਵਡਿਆਈ ਅਸ਼ਨਤ ਨਾਮੈ, ਕਰੈ ਜਤਾ ਤਿਮਨੈ ਬਿਦਤਾ ਮੈਂ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੀ ਵਡਿਆਈ ਪ੍ਰਗਟ ਨਹੀਂ ਕਰ ਰਹੇ, ਗੁਪਤ ਰੂਪ ਦੇ ਵਿੱਚ ਬਕਾਲੇ ਦੀ ਧਰਤੀ ਤੇ ਵਿਚਰ ਰਹੇ ਨੇ। ਤੇ ਸਤਿਗੁਰੂ ਜੀ ਨੇ ਕਦੇ ਤਥਾ ਜਿਮਨੈ ਬਿਦਤਾਵੇਂ, ਹਮੇਸ਼ਾ ਉਸ ਤਰ੍ਹਾਂ ਦੇ ਕੰਮ ਕਰਦੇ ਨੇ, ਮਨ ਨੂੰ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦੇ। ਸਤਿਗੁਰੂ ਜੀ ਗੁਪਤ ਰੂਪ ਵਿੱਚ ਵਿਚਰ ਰਹੇ ਨੇ। ਸਿੱਖ ਮਨ ਕੀ ਲਖ ਅੰਤਰ ਜਾਮੀ, ਤੇ ਸਹਾਇਤਾ ਚਾਹੇ ਕਰ ਸੁਆਮੀ। ਹੁਣ ਗੁਰੂ ਨਾਨਕ ਦਾ ਸਿੱਖ ਹੈ ਭਾਈ ਮੱਖਣ ਸ਼ਾਹ ਲਗਾਉਣਾ। ਭਾਈ ਮੱਖਣ ਸ਼ਾਹ ਨੇ ਹੱਥ ਜੋੜ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਮੇਰਾ ਜਹਾਜ਼ ਬੰਨੇ ਲਾਓ। ਤੇ ਉਸ ਭਾਈ ਮੱਖਣ ਸ਼ਾਹ ਦੇ ਉਸ ਸਿੱਖ ਦੇ ਦਿਲ ਦੀ ਗੱਲ ਅੰਤਰਜਾਮੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਾਣ ਗਏ ਨੇ। ਸਿੱਖ ਦੇ ਮਨ ਦੀ ਲੱਖ ਅੰਤਰਜਾਮੀ, ਉਹਦੇ ਮਨ ਦੀ ਭਾਵਨਾ ਨੂੰ ਅੰਤਰਜਾਮੀ ਸਤਿਗੁਰੂ ਜੀ ਨੇ ਜਾਣ ਲਿਆ ਹੈ। ਇਹ ਸਹਾਇਤਾ ਚਾਹੇ ਕਰ ਸੁਆਮੀ, ਕਿ ਸੁਆਮੀ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸਹਾਇਤਾ ਕਰਨੀ ਚਾਹੁੰਦੇ ਸੀ। ਹਿਰਦੇ ਵਿਚਾਰ ਜੇ ਨਾ ਕਰੇ ਅਬ, ਗੁਰ ਘਰ ਕੀ ਮਹਿਮਾ ਸੁ ਘਟੈ ਤਬ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਹੜੇ ਅੰਤਰਜਾਮੀ ਸਤਿਗੁਰੂ ਸਰਬੱਤ ਸਮਰੱਥ ਸਤਿਗੁਰੂ ਨੇ। ਹੁਣ ਸਤਿਗੁਰੂ ਜੀ ਨੂੰ ਪਤਾ ਹੈ ਗੁਰੂ ਸਾਹਿਬ ਤੇ ਆਪ ਪਰਿਪੂਰਨ ਪਰਮਾਤਮਾ ਦਾ ਰੂਪ ਸੀ। ਗੁਰੂ ਨਾਨਕ ਦੀ ਜੋਤ ਦੇ ਨਾਵੇਂ ਮਾਲਕ ਨੇ, ਭਾਵੇਂ ਪ੍ਰਗਟ ਨਹੀਂ ਹੋਏ ਪਰ ਆਪਣੇ ਆਪ ਨੂੰ ਤੇ ਪਤਾ ਹੈ। ਕਿ ਸਤਿਗੁਰੂ ਜੀ ਨੇ ਮਨ 'ਚ ਵਿਚਾਰ ਕੀਤੀ ਕਿ ਜੇ ਮੈਂ ਹੁਣ ਮੱਖਣ ਸ਼ਾਹ ਦੀ ਮਦਦ ਨਾ ਕਰਾਂ ਤੇ ਗੁਰੂ ਘਰ ਦੀ ਮਹਿਮਾ ਘਟ ਜਾਏਗੀ, ਕਿਉਂਕਿ ਉਹਨੇ ਬੜੀ ਭਾਵਨਾ ਦੇ ਨਾਲ ਜੁੜ ਕੇ ਅੰਦਰੋਂ ਭਿੱਜ ਕੇ ਅਰਦਾਸ ਕੀਤੀ ਹੈ। ਜੇ ਉਹਦੀ ਅਰਦਾਸ ਪੂਰੀ ਨਾ ਕੀਤੀ, ਉਹਦੀ ਭਾਵਨਾ ਪੂਰੀ ਨਾ ਕੀਤੀ, ਤੇ ਉਹਦੇ ਮਨ ਦੇ ਵਿੱਚ ਜਿਹੜੀ ਸ਼ੰਕਾ ਨਹੀਂ ਮਿਟੇਗੀ, ਉਹਦਾ ਮਨ ਜਿਹੜਾ ਭਟਕ ਜਾਏਗਾ। ਸੋ ਹੋਣ ਸਹਾਇਕ ਹੀ ਬਨ ਆਵੇ, ਜਿਸ ਤੇ ਸਿੱਖ ਸ਼ਰਧਾ ਦਿਖਾਵੇ। ਤੋ ਸਤਿਗੁਰੂ ਜੀ ਨੇ ਮਨ 'ਚ ਵਿਚਾਰਿਆ ਕਿ ਉਹਨੂੰ ਮੱਖਣ ਸ਼ਾਹ ਦੀ ਮਦਦ ਕਰਨੀ ਚਾਹੀਦੀ ਹੈ, ਉਹਦਾ ਮਦਦਗਾਰ ਬਣਨਾ ਚਾਹੀਦਾ ਹੈ, ਜਿਹਦੇ ਨਾਲ ਉਹਦੀ ਗੁਰੂ ਘਰ ਦੇ ਪ੍ਰਤੀ ਜਿਹੜੀ ਸ਼ਰਧਾ ਹੈ ਉਹ ਵੱਧ ਜਾਵੇਗੀ।
ਪਹੁੰਚੇ ਮਿੰਦਰ ਵਿਖੇ ਗੁਰ ਪੂਰੇ, ਕਰਨ ਸਿੱਖ ਕੇ ਕਾਰਜ ਪੂਰੇ। ਗੁਰੂ ਪੂਰਨ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅੱਖ ਝਮੱਕਣ ਜਿੰਨੇ ਸਮੇਂ ਦੇ ਵਿੱਚ ਹੀ ਉਸ ਥਾਂ ਤੇ ਗੁਪਤ ਰੂਪ ਵਿੱਚ ਆਤਮਿਕ ਤੌਰ ਤੇ ਪਹੁੰਚ ਗਏ ਜਿੱਥੇ ਮੱਕੜ ਸ਼ਾਹ ਦਾ ਜਹਾਜ਼ ਅੜਿਆ ਫਸਿਆ ਹੋਏ। ਸਮਰੱਥ ਸਤਿਗੁਰੂ ਅੱਖ ਝਮੱਕਣ ਦੇ ਸਮੇਂ ਜਿੰਨੇ ਸਮੇਂ ਵਿੱਚ ਉਸ ਰੇਤਲੇ ਇਲਾਕੇ ਦੇ ਉਸ ਟਾਪੂ ਤੇ ਪਹੁੰਚ ਗਏ, ਨਜ਼ਰ ਨਹੀਂ ਆ ਰਿਹਾ, ਦ੍ਰਿਸ਼ਟ ਰੂਪ ਦੇ ਵਿੱਚ ਸਤਿਗੁਰੂ ਪਹੁੰਚੇ ਨੇ ਆਪਣੇ ਉਸ ਸਿੱਖ ਦਾ ਕਾਰਜ ਰਾਸ ਕਰਨ ਵਾਸਤੇ। ਮੱਖਣ ਸ਼ਾਹ ਕੀਨ ਅਰਦਾਸ ਚਿਤਵਤ ਦਰਬ ਦਿਓ ਕੋ ਰਾਸ। ਭਾਈ ਮੱਖਣ ਸ਼ਾਹ ਨੇ ਮਨ ਦੇ ਵਿੱਚ ਅਰਦਾਸ ਕੀਤੀ ਹੈ ਕਿ ਜੇ ਮੇਰਾ ਜਹਾਜ਼ ਇਸ ਰੇਤ ਦੇ ਟਾਪੂ ਚੋਂ ਨਿਕਲ ਜਾਏ, ਇਹ ਪਾਰ ਲੱਗ ਜਾਏ, ਤੇ ਮੈਂ ਸਤਿਗੁਰੂ ਜੀ ਨੂੰ ਕੁਝ ਮਾਇਆ ਜਿਹੜੀ ਭੇਟ ਕਰਾਂਗਾ, ਕੁਝ ਧਨ ਭੇਟ ਕਰਾਂਗਾ। ਕਿਸੇ ਨੇ 500 ਮੋਹਰ ਦਾ ਜ਼ਿਕਰ ਕੀਤਾ ਹੈ। ਇਸ ਤਰ੍ਹਾਂ ਕਿ ਸਤਿਗੁਰੂ ਜੀ ਨੇ ਮਾਨੋ ਬੇਨਤੀ ਕੀਤੀ ਕਿ ਮੈਂ ਇੰਨੀ ਭੇਟਾ ਦਸਵੰਧ ਭੇਟਾ ਦੇਵਾਂਗਾ ਜੇ ਮੇਰਾ ਜਹਾਜ਼ ਬੰਨੇ ਲੱਗ ਜਾਵੇ। ਇਮ ਬੇਨਤੀ ਪਨ ਕੀਨ ਉਪਾਏ, ਸ਼ਰਮਤ ਜੇ ਮਾਨਵ ਬਲ ਕੋ ਲਾਏ। ਇਸ ਤਰ੍ਹਾਂ ਦੀ ਬੇਨਤੀ ਕਰਕੇ ਗੁਰੂ ਤੇਗ ਬਹਾਦਰ ਭਾਈ ਮੱਕੜ ਸ਼ਾਹ ਨੇ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਯਤਨ ਕੀਤਾ, ਤੇ ਜਿਹੜੇ ਉਹਦੇ ਬੰਦੇ ਸੀ, ਉਹਦੇ ਸਾਥੀ ਸੀ, ਜਿਹੜੇ ਉੱਥੇ ਮਲਾਹ ਸੀ ਜਾਂ ਉਹਦੇ ਨਾਲ ਕੰਮ ਕਰਨ ਵਾਲੇ ਸਾਰੇ ਜਿੰਨੇ ਵੀ ਮਨੁੱਖ ਸੀ, ਉਹਨਾਂ ਨੂੰ ਆਵਾਜ਼ ਮਾਰੀ ਹੈ ਆਪਸ ਮੈਂ ਜੈ ਕਰ ਲਲਕਾਰਾ। ਤੋਂ ਭਾਈ ਮੱਕੜ ਸ਼ਾਹ ਨੇ ਕਿਹਾ ਲਲਕਾਰ ਕੇ ਉਹਨਾਂ ਨੂੰ ਆਖਿਆ ਵੀ ਇੱਕ ਵਾਰੀ ਜਹਾਜ਼ ਨੂੰ ਜ਼ੋਰ ਲਾ ਕੇ ਵੇਖੀਏ ਭਲਾ ਨਿਕਲਦਾ ਕਿ ਨਹੀਂ। ਵੀ ਉਹ ਜਹਾਜ਼ ਧਕਾਏ ਉਤਾਰਾ। ਤਾਂ ਜਦੋਂ ਇਸ ਤਰ੍ਹਾਂ ਸਾਰਿਆਂ ਨੇ ਜ਼ੋਰ ਲਾ ਕੇ ਜਹਾਜ਼ ਨੂੰ ਧੱਕਾ ਮਾਰਿਆ ਤੇ ਭਾਈ ਮੱਕੜ ਸ਼ਾਹ ਨੂੰ ਬਾਣੀ ਦੀ ਅਰਦਾਸ ਰੰਗ ਲਿਆਈ, ਗੁਰੂ ਮਤਲਬਗਾਰ ਹੋਇਆ ਤੇ ਜਹਾਜ਼ ਜਿਹੜਾ ਸੀ ਉਹ ਉਸ ਰੇਤ ਦੇ ਟਾਪੂ ਚੋਂ ਨਿਕਲ ਕੇ ਪਾਣੀ ਦੇ ਵਿੱਚ ਆ ਗਿਆ ਔਰ ਬਹੁਤ ਦੂਰ ਤੱਕ ਉਹ ਜਹਾਜ਼ ਜਿਹੜਾ ਪਾਣੀ ਦੇ ਵਿੱਚ ਇਸੇ ਤਰ੍ਹਾਂ ਤੈਰਦਾ ਰਿਹਾ। ਨਰਨ ਬਹਾਨੇ ਸ੍ਰੀ ਗੁਰ ਜਾਏ, ਸਿੱਖ ਜਹਾਜ਼ ਕੋ ਦਿਓ ਚਲਾਏ। ਕਵੀ ਜੀ ਲਿਖਦੇ ਨੇ ਕਿ ਭਾਵੇਂ ਯਤਨ ਮਨੁੱਖਾਂ ਨੇ ਕੀਤਾ ਪਰ ਫਿਰ ਵੀ ਗੁਰੂ ਸਾਹਿਬ ਜੀ ਨੇ ਮਦਦ ਕੀਤੀ ਹੈ, ਤਾਂ ਉਹਨਾਂ ਦਾ ਇਹ ਯਤਨ ਕਾਮਯਾਬ ਹੋਇਆ। ਭਾਈ ਸਾਹਿਬ ਜੀ ਕਹਿੰਦੇ ਨੇ ਸਿੱਖ ਜਹਾਜ਼ ਕੋ ਦਿਓ ਚਲਾਏ। ਗੁਰੂ ਜੀ ਨੇ ਤੇ ਆਪ ਜਾ ਕੇ ਆਪਣੇ ਸਿੱਖ ਦਾ ਜਹਾਜ਼ ਵਾਂਗੂ ਚਲਾ ਦਿੱਤਾ ਸੀ, ਉਸ ਰੇਤ ਦੇ ਟਾਪੂ ਤੋਂ ਬਾਹਰ ਕੱਢਿਆ। ਪਰ ਕਹੇ ਲੋਕ ਹਮ ਅਸਬਲ ਲਾਇਓ, ਅਟਕੇ ਹੋਰ ਜਹਾਜ਼ ਚਲਾਇਓ। ਹੁਣ ਜਿਹੜੇ ਮੱਕੜ ਸ਼ਾਹ ਦੇ ਮਨੁੱਖ ਸੀ, ਬੰਦੇ ਸੀ, ਉਹਦੇ ਕੰਮ ਕਰਨ ਵਾਲੇ ਨੰਬਰ ਚਾਕਰ, ਜਿਨ੍ਹਾਂ ਨੇ ਜਹਾਜ਼ ਨੂੰ ਧੱਕਾ ਮਾਰਿਆ ਸੀ, ਉਹ ਹੁਣ ਆਪਸ ਵਿੱਚ ਗੱਲਾਂ ਕਰਨ ਲੱਗ ਕੇ ਕਹਿੰਦੇ ਸੀ ਅਸੀਂ ਇਕੱਠੇ ਹੋ ਕੇ ਜ਼ੋਰ ਲਾਇਆ ਤੇ ਅਟਕਿਆ ਹੋਇਆ ਜਹਾਜ਼ ਚੱਲ ਪਿਆ। ਹੁਣ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਕਲਾ ਸਤਿਗੁਰੂ ਜੀ ਦੀ ਵਰਤੀ ਹੈ। ਗੁਰੂ ਸਾਡੇ ਵਿੱਚ ਆ ਕੇ ਵਰਤਿਆ ਤਾਂ ਜਹਾਜ਼ ਬੰਨੇ ਲੱਗਾ ਹੈ, ਤਾਂ ਜਹਾਜ਼ ਉੱਥੋਂ ਫਸਿਆ ਹੋਇਆ ਨਿਕਲਿਆ ਰੇਤ ਦੇ ਟਾਪੂ ਚੋਂ। ਪਰ ਮਨੁੱਖ ਜਿਹੜਾ ਹੈ ਨਾ ਜੀ, ਜਦੋਂ ਇਹਦੇ ਆਪਣੇ ਅਪਣਾਏ ਹੱਥ ਕੱਢੇ ਸਾਰੇ ਫੇਲ ਹੋ ਜਾਂਦੇ ਨੇ, ਫਿਰ ਇਹ ਰੱਬ ਦੇ ਅੱਗੇ ਤਰਲੇ ਲੈਂਦਾ ਹੈ, ਅਰਦਾਸਾਂ ਕਰਦਾ ਹੈ, ਮਿੰਨਤਾਂ ਕਰਦਾ ਹੈ। ਜਦੋਂ ਕਾਰਨ ਕੋਈ ਰਾਸ ਹੋ ਜਾਂਦਾ ਹੈ ਤੇ ਫਿਰ ਆਪਣੀ ਆਕੜ ਸਾਹਮਣੇ ਲੈ ਆਉਂਦਾ ਹੈ, ਹਉਮੈ ਸਾਹਮਣੇ ਲੈ ਆਉਂਦਾ ਹੈ। ਫਿਰ ਇਹ ਕਹਿੰਦੇ ਜੋ ਕੁਝ ਹੋਇਆ ਤੇ ਮੇਰੇ ਜ਼ੋਰ ਕਰਕੇ, ਮੇਰੇ ਬਲ ਕਰਕੇ, ਮੇਰੀ ਵਜ੍ਹਾ ਨਾਲ ਹੋਇਆ। ਇਹ ਮਨੁੱਖ ਦੀ ਬੜੀ ਵੱਡੀ ਕਮਜ਼ੋਰੀ ਹੈ। ਦਾਤ ਜੋਗ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਗੁਰੂ ਨਾਨਕ ਦੇਵ ਜੀ ਕਹਿੰਦੇ ਦਾਤ ਪਰਮਾਤਮਾ ਦੀ, ਜੋਤ ਪਰਮਾਤਮਾ ਦੀ, ਖੇਡ ਸਾਰੀ ਪਰਮਾਤਮਾ ਦਾ ਹੁੰਦਾ ਹੈ। ਤੇ ਬੰਦਾ ਇਹ ਸੋਚੀ ਜਾਂਦਾ ਕਿ ਮੇਰੀਆਂ ਬਹੁਤੀਆਂ ਸਿਆਣਪਾਂ ਦੇ ਕਰਕੇ ਹੋਇਆ, ਇਹ ਮੇਰੇ ਕਰਕੇ ਹੋਇਆ ਹੈ। ਤਾਂ ਭਾਈ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਮੱਕੜ ਸ਼ਾਹ ਦੇ ਨਾਲ ਉਹਦੇ ਜਹਾਜ਼ੀ ਮਨਾਹ ਸੀ, ਜਿਹੜੇ ਉਹਦੇ ਨੌਕਰ ਚਾਕਰ ਸੀ, ਉਹ ਕਹਿੰਦੇ ਨੇ ਅਸੀਂ ਇਕੱਠੇ ਹੋ ਕੇ ਜ਼ੋਰ ਲਾਇਆ ਹੈ ਤਾਂ ਇਹ ਜਹਾਜ਼ ਜਿਹੜਾ ਉਹ ਅੱਗੇ ਤੁਰਿਆ ਹੈ। ਸੁਣ ਕੇ ਮੱਕੜ ਹਿਰਦੈ ਵਿਚਾਰਾ, ਪ੍ਰਥਮ ਰਹੇ ਪਟ ਸਰੀ ਨਾ ਕਾਰਾ। ਉਹਨਾਂ ਦੀਆਂ ਗੱਲਾਂ ਸੁਣ ਕੇ ਭਾਈ ਮੱਕੜ ਸਾਹਿਬ ਮਨ 'ਚ ਸੋਚਦਾ ਹੈ ਕਿ ਮਨਾ ਇਹ ਉਹੀ ਬੰਦੇ ਨੇ ਜਿਹੜੇ ਪਹਿਲਾਂ ਜਹਾਜ਼ ਨੂੰ ਧੱਕਾ ਮਾਰਦੇ ਸੀ। ਜੇ ਇਹਨਾਂ ਦੇ ਜ਼ੋਰ ਕਰਕੇ ਜਹਾਜ਼ ਨੇ ਨਿਕਲਣਾ ਹੁੰਦਾ ਤੇ ਪਹਿਲਾਂ ਹੀ ਜਹਾਜ਼ ਨਿਕਲ ਜਾਣਾ ਸੀ, ਜ਼ੋਰ ਤੇ ਪਹਿਲਾਂ ਵੀ ਐਲਾਨ ਹੀ ਰਹੇ ਸੀ। ਪਰ ਇਹਨਾਂ ਦੇ ਜ਼ੋਰ ਕਰਕੇ ਨਹੀਂ, ਇਹ ਤੇ ਗੁਰੂ ਦੀ ਕਿਰਪਾ ਦੇ ਨਾਲ ਜਹਾਜ਼ ਜਿਹੜਾ ਉਹ ਫਸਿਆ ਹੋਇਆ ਨਿਕਲਿਆ ਹੈ। ਕਿਤਕ ਦਿਓਸ ਕਰ ਰਹੇ ਉਪਾਏ, ਆਪਣੋ ਸਭ ਦਿਨ ਵਸ ਕੋ ਲਾਏ। ਮੱਕੜ ਸ਼ਾਹ ਸੋਚਦਾ ਕਿ ਕਿੰਨੇ ਦਿਨ ਹੋ ਗਏ ਜਹਾਜ਼ ਨੇ ਇੱਥੇ ਫਸੇ,
ਇਹਦਾ ਮਤਲਬ ਇਹ ਹੈ ਕਿ ਜਹਾਜ਼ ਜਦੋਂ ਫਸਿਆ ਉਹ ਇੱਕ ਦਿਨ ਦੀ ਗੱਲ ਨਹੀਂ, ਕਿਤੇ 2 4 5 ਦਿਨ ਫਸਿਆ ਰਿਹਾ ਉੱਥੇ। ਤਾਂ ਹੀ ਅਖੀਰ ਥੱਕ ਉੱਠ ਕੇ ਮੱਕੜ ਸ਼ਾਹ ਨੇ ਕੇਵਲ ਰੱਬ ਦਾ ਆਸਰਾ ਲਿਆ, ਗੁਰੂ ਦਾ ਆਸਰਾ ਲਿਆ। ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਉਹਨੂੰ ਕੋਈ ਸਹਾਰਾ ਨਹੀਂ, ਫਿਰ ਸਿਆਣੇ ਕਹਿੰਦੇ ਮਰਦਾ ਕੀ ਨਹੀਂ ਕਰਦਾ। ਅਖੀਰ ਉਹਨੇ ਥੱਕ ਟੁੱਟ ਹਾਰ ਕੇ ਗੁਰੂ ਅੱਗੇ ਅਰਦਾਸ ਕੀਤੀ ਤੇ ਉਹਦੀ ਅਰਦਾਸ ਪ੍ਰਵਾਨ ਹੋ ਗਈ। ਮੱਖਣ ਸ਼ਾਹ ਸੋਚਦਾ ਜੇ ਇਹਨਾਂ ਦੇ ਯਤਨ ਕੀਤਿਆਂ ਹੀ ਜਹਾਜ਼ ਨਿਕਲਿਆ ਤੇ ਫਿਰ ਕਈ ਦਿਨ ਹੋ ਗਏ ਯਤਨ ਕਰਦਿਆਂ ਨੂੰ, ਉਦੋਂ ਦਾ ਜਹਾਜ਼ ਕਿਉਂ ਨਹੀਂ ਨਿਕਲਿਆ। ਇਹਨਾਂ ਆਪਣਾ ਪੂਰਾ ਬਲ ਲਾਇਆ, ਜ਼ੋਰ ਲਾਇਆ, ਪਰ ਜਹਾਜ਼ ਅੜਿਆ ਰਿਹਾ, ਫਸਿਆ ਰਿਹਾ। ਇਹਨਾਂ ਦੇ ਜ਼ੋਰ ਕਰਕੇ ਜਹਾਜ਼ ਜਿਹੜਾ ਹੈ ਉਹ ਰੇਤ ਵਿੱਚੋਂ ਨਹੀਂ ਨਿਕਲਿਆ ਹੈ। ਜਬ ਮੈਂ ਸ਼੍ਰੀ ਸਤਿਗੁਰੂ ਅਗਾਰੀ ਵੈ ਨਿਰਾਸ ਬੇਨਤੀ ਉਚਾਰੀ। ਮੱਖਣ ਸ਼ਾਹ ਕਹਿੰਦਾ ਮਨ ਦੇ ਵਿੱਚ ਸੋਚਦਾ, ਕਹਿੰਦਾ ਜਦੋਂ ਮੈਂ ਹੀ ਨਿਰਾਸ਼ ਹੋ ਗਿਆ ਤੇ ਗੁਰੂ ਅੱਗੇ ਹੱਥ ਜੋੜ ਕੇ ਤਰਲਾ ਲਿਆ, ਮਿਹਨਤ ਕੀਤੀ, ਸਤਿਗੁਰੂ ਤੂੰ ਮੇਰਾ ਸਹਾਇਕ ਬਣ। ਫਿਰ ਮੇਰੇ ਗੁਰੂ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ। ਤਬ ਜਹਾਜ਼ ਚੱਲ ਪਰਿਓ ਤੁਰੰਤਾ, ਇਹ ਮੈਂ ਹੀ ਜਾਨਮ ਫਿਰ ਦਿੱਤਾ। ਤਾਂ ਮੱਖਣ ਸ਼ਾਹ ਸੋਚਦੇ ਮਣਾ, ਮੇਰੀ ਬੇਨਤੀ ਨੂੰ ਗੁਰੂ ਨੇ ਭਾਗ ਲਾਇਆ, ਮੇਰੀ ਬੇਨਤੀ ਪ੍ਰਵਾਨ ਕਰਕੇ ਮੇਰੀ ਇੱਜ਼ਤ ਪੱਤ ਗੁਰੂ ਨੇ ਰੱਖ ਲਈ ਤੇ ਗੁਰੂ ਨੇ ਕਿਰਪਾ ਕੀਤੀ ਤੇ ਮੇਰਾ ਜਹਾਜ਼ ਉਦੋਂ ਚੱਲਿਆ ਜਦੋਂ ਮੈਂ ਬੇਨਤੀ ਕੀਤੀ ਹੈ। ਪਰ ਇਹ ਸਾਰਾ ਬਿਰਤਾਂਤ ਤੇ ਮੈਂ ਹੀ ਜਾਣਦਾ ਹਾਂ, ਜੋ ਬੀਤਿਆ ਹੈ ਉਹ ਤੇ ਮੈਨੂੰ ਪਤਾ ਹੈ। ਇਹਨਾਂ ਨੂੰ ਕੀ ਪਤਾ ਕਿ ਕੀ ਖੇਡ ਵਰਤੀ ਹੈ। ਜਾਣੇ ਕਿਆ ਇਹ ਲੋਕ ਗਵਾਰਾ, ਜੋ ਸਤਿਗੁਰ ਕੀਨ ਸੁਪਕਾਰਾ। ਭਾਈ ਮੱਖਣ ਸ਼ਾਹ ਮਨ ਨੂੰ ਸੋਚਦਾ ਕਿ ਅਣਜਾਣ ਨੇ, ਇਹਨਾਂ ਨੂੰ ਕੀ ਪਤਾ ਸਤਿਗੁਰੂ ਨੇ ਜਿਹੜਾ ਉਪਕਾਰ ਮੇਰੇ ਤੇ ਕੀਤਾ ਤੇ ਮੈਨੂੰ ਹੀ ਪਤਾ ਹੈ ਨਾ। ਗੁਰੂ ਦੀ ਖੇਡ ਦਾ ਤੇ ਮੈਨੂੰ ਹੀ ਪਤਾ ਹੈ ਕਿ ਗੁਰੂ ਨੇ ਕਿਰਪਾ ਕੀਤੀ ਹੈ। ਇਹਨਾਂ ਦੇ ਭਾਣੇ ਤੇ ਇਹਨਾਂ ਦਾ ਜ਼ੋਰ, ਇਹਨਾਂ ਦੀ ਸਿਆਣਪ, ਇਹਨਾਂ ਦੇ ਬਲ ਨਾਲ ਹੀ ਜਹਾਜ਼ ਨਿਕਲੇ ਹੈ। ਪਰ ਮੈਨੂੰ ਪਤਾ ਇਸ ਗੱਲ ਦਾ ਕਿ ਇਹ ਜਹਾਜ਼ ਫਸਿਆ ਹੋਇਆ ਗੁਰੂ ਦੀ ਰਜ਼ਾ, ਗੁਰੂ ਦੀ ਕਿਰਪਾ ਨਾਲ ਨਿਕਲਿਆ। ਇਹ ਭਾਈ ਮੱਖਣ ਸ਼ਾਹ ਮਨ ਦੇ ਵਿੱਚ ਵਿਚਾਰ ਕਰਦੇ ਤੇ ਅੱਗੇ ਉਹਦੇ ਮਨ 'ਚ ਇੱਕ ਹੋਰ ਗੱਲ ਤੁਰਦੀ। ਕਹਿੰਦਾ ਗੁਰ ਕਿਰਤ ਤੇ ਜੋ ਕਿਰਤ ਕਣ ਹੋਈ, ਮਨ ਕਸ਼ਟ ਮੈਂ ਲੋਕਣ ਦੋਈ। ਤੇ ਭਾਈ ਮੱਖਣ ਸ਼ਾਹ ਕਹਿੰਦੇ ਜਿਹੜਾ ਬੰਦਾ ਗੁਰੂ ਦੇ ਕੀਤੇ ਦੇ ਵਿੱਚ ਆਪਣਤ ਪਾ ਦਿੰਦਾ ਹੈ, ਕੀਤਾ ਗੁਰੂ ਨੇ ਹੈ, ਕਾਰਜ ਗੁਰੂ ਨੇ ਪੂਰਾ ਕਰ ਦਿੱਤਾ ਹੈ, ਭਾਵੇਂ ਗੁਰੂ ਨੇ ਕੋਈ ਯੁਕਤੀ ਵਰਤ ਦਿੱਤੀ, ਕੋਈ ਵਜ੍ਹਾ ਬਣਾ ਦਿੱਤੀ, ਕੋਈ ਕਿਸੇ ਤਰੀਕੇ ਦੇ ਨਾਲ, ਕਿਸੇ ਢੰਗ ਦੇ ਨਾਲ ਗੁਰੂ ਨੇ ਉਹ ਕਾਰਜ ਜਿਹੜਾ ਰਾਸ ਕਰ ਦਿੱਤਾ ਹੈ ਤੇ ਬੰਦਾ ਅੱਗੇ ਕਿ ਮੇਰੇ ਜੋਰ ਨਾਲ, ਮੇਰੀ ਕੋਸ਼ਿਸ਼, ਮੇਰੇ ਯਤਨਾਂ ਨਾਲ ਇਹ ਕਾਰਜ ਹੋਇਆ ਹੈ। ਭਾਈ ਮੱਖਣ ਸ਼ਾਹ ਮਨ ਚ ਵਿਚਾਰਦਾ ਮਨਾ, ਇਸ ਤਰ੍ਹਾਂ ਦੀ ਜਿਹੜੀ ਵਿਅਕਤੀ ਧਾਰਨ ਕਰਦਾ ਹੈ ਬੰਦਾ ਨਾ, ਗੁਰੂ ਦੇ ਕਾਰਜ ਨੂੰ ਸਮਝ ਕੇ ਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ, ਸਗੋਂ ਆਪਣੀ ਹਉਮੈ ਨੂੰ ਅੱਗੇ ਰੱਖ ਲੈਂਦਾ ਹੈ ਕਿ ਇਹ ਮੈਂ ਕੀਤਾ ਤਾਂ ਹੋਇਆ ਹੈ। ਭਾਈ ਸਾਹਿਬ ਜੀ ਕਹਿੰਦੇ ਉੱਤੇ ਕਿਰਤ ਘਾਣ ਬੰਦਾ ਹੈ ਤੇ ਅਕਿਰਤ ਘਾਣ ਬੰਦਾ ਜਿਹੜਾ ਉਹ ਦੋਵਾਂ ਲੋਕਾਂ ਦੇ ਵਿੱਚ, ਲੋਕ ਵਿੱਚ ਵੀ ਪਰਲੋਕ ਵਿੱਚ ਵੀ ਦੁੱਖ ਸਹਿਣੇ ਪੈਂਦੇ ਨੇ, ਕਿਉਂਕਿ ਗੁਰੂ ਦਾ ਅਕਿਰਤ ਘਾਣ ਹੋ ਗਿਆ, ਗੁਰੂ ਤੋਂ ਮੁਖ ਮੋੜਦੇ ਉਹਨੇ, ਗੁਰੂ ਤੋਂ ਬੇਮੁਖ ਹੋ ਗਿਆ। ਜਿਤਨੇ ਜਗਤ ਵਿਖੇ ਅਪਰਾਧੋ, ਸਭਨ ਪ੍ਰਾਚਿਤ ਭਾਗਿਤ ਸਾਧੂ। ਹੁਣ ਮੱਖਣ ਸ਼ਾਹ ਤੋਂ ਗਾਣਾ ਸਤ ਸੰਗੀ ਮਨੁੱਖ ਹੈ, ਗੁਰੂ ਨਾਨਕ ਦੀ ਸਿੱਖੀ ਕਮਾਈ ਹੈ, ਗੁਰੂ ਸਾਹਿਬਾਨ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ। ਇਹਨੇ ਸੰਗਤ ਦੇ ਵਿੱਚ ਇਹ ਗੱਲ ਸੁਣੀ ਹੋਈ ਹੈ ਕਿ ਜਿੰਨੇ ਵੀ ਅਪਰਾਧ ਨੇ ਦੁਨੀਆ ਤੇ, ਹਰ ਇੱਕ ਅਪਰਾਧ ਦਾ ਪਛਤਾਤਾਪ ਹੈ, ਹਰ ਇੱਕ ਅਪਰਾਧ ਨੂੰ ਬਖਸ਼ਿਆ ਜਾ ਸਕਦਾ ਹੈ, ਹਰ ਇੱਕ ਅਪਰਾਧ ਜਿਹੜਾ ਹੈ ਉਹਦੀ ਮਾਫੀ ਮਿਲ ਸਕਦੀ ਹੈ। ਪਰ ਜਿਹੜਾ ਸਾਧ ਜਨਾਂ ਨੇ, ਗੁਰਮੁਖ ਜਨਾਂ ਨੇ ਇਹ ਜਿਹੜੀ ਗੱਲ ਹੈ ਉਹ ਨਿਸ਼ਚੈ ਕੀਤਾ ਹੈ ਕਿ ਅਕਿਰਤ ਘਾਣ ਬੰਦਾ ਜਿਹੜਾ ਹੈ, ਕਿਰਤ ਘਾਣ ਕੋ ਨਾ ਕਹੇ ਕਿਰਤ ਕੋਏ, ਕਸ਼ਟ ਅਖਲ ਘਰ ਭਾਵੈ ਸੋਏ। ਜਿਹੜਾ ਅਕਿਰਤ ਘਾਣ ਬੰਦਾ ਹੈ ਉਹਦਾ ਕੋਈ ਵੀ ਜਿਹੜਾ ਇਲਾਜ ਨਹੀਂ ਹੈ। ਅਕਿਰਤ ਘਾਣ ਬੰਦੇ ਦੇ ਪਾਪਾਂ ਦੀ ਨਿਵਰਤੀ ਦਾ ਕੋਈ ਵੀ ਉਪਾਅ ਨਹੀਂ ਹੈ। ਜਿਹੜਾ ਬੇਮੁਖੀ ਹੋ ਜਾਏ ਗੁਰੂ ਤੋਂ, ਜਿਹੜਾ ਗੁਰੂ ਨੂੰ ਹੀ ਭੁੱਲ ਕੇ ਬੈਠ ਜਾਏ, ਜਿਹੜਾ ਗੁਰੂ ਨੂੰ ਹੀ ਛੱਡ ਕੇ ਬੈਠ ਜਾਏ, ਫਿਰ ਉਹ ਜਿੰਨੇ ਮਰਜ਼ੀ ਉਪਾਅ ਕਰਦਾ ਫਿਰੇ, ਗੁਰੂ ਤੋਂ ਅਕਿਰਤ ਘਾਣ ਹੋ ਕੇ ਭਾਈ ਸਾਹਿਬ ਜੀ ਕਹਿੰਦੇ ਉਹਦਾ ਭਲਾ ਨਹੀਂ ਹੋ ਸਕਦਾ, ਬਲਕਿ ਉਹਦਾ ਬਹੁਤ ਬੁਰਾ ਹਾਲ ਹੁੰਦਾ ਹੈ। ਉਹਨੂੰ ਬੜੇ ਕਸ਼ਟਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ, ਕਲਪਦਾ, ਅਲਾਪ ਦਾ, ਰੋਂਦਾ ਕਰਲਾਉਂਦਾ ਜੀਵਨ ਬਤੀਤ ਕਰਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਕਰ ਕੋਈ, ਕੁਛੋ ਕੀ ਦੇਖਿਆ ਜਾਏ, ਅਨੇਕ ਗੁਣੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਵੇ।
फिर मुक्त पाए लाभ चरणी सतगुरु शब्द सुनाए कहे नानक विचार देखो बिन सतगुर मुक्त न पाए सतगुरु के चरना में जुड़े तो बिना भला ना हो सकता। अकिरत घन जिहड़ा हो जाता है ना ਉਹਦਾ ਫਿਰ ਕਿਤੇ ਵੀ ਭਲਾ ਨਹੀਂ। ਸਾਧ ਸੰਗਤ ਇਹ ਤੋ ਨਰ ਸਾ ਮਾਨਣ ਬਾਤੀ ਅਰ ਸਤਿਗੁਰ ਜੇ ਬੜ ਦੁਖ ਹਾਤੀ। ਹੁਣ ਭਾਈ ਸਾਹਿਬ ਜੀ ਇੱਕ ਹੋਰ ਵਿਚਾਰ ਕਰਦੇ ਨੇ ਕਿ ਇਹ ਤੇ ਆਮ ਮਨੁੱਖਾਂ ਤੋਂ ਕਿਰਤ ਹੋਣ ਦੀ ਗੱਲ ਹੈ ਕਿ ਜੇ ਕੋਈ ਮਨੁੱਖ ਕਿਸੇ ਦੀ ਦੂਜੇ ਮਨੁੱਖ ਦੀ ਮਦਦ ਕਰ ਦਿੰਦਾ ਹੈ ਤੇ ਜਿਹਦੀ ਮਦਦ ਕੀਤੀ ਗਈ ਹੈ ਉਹ ਮਦਦ ਕਰਨ ਵਾਲੇ ਤੋਂ ਮੁੱਖ ਮੋੜ ਲਏ, ਉਹਨੂੰ ਬੁਰਾ ਭਲਾ ਕੇ ਭਲਾ ਕਰਨ ਵਾਲੇ ਦਾ ਵੀ ਬੁਰਾ ਲੋਚਦਾ ਰਹੇ। ਜਿਹੜਾ ਭਲਾ ਕਰਨ ਵਾਲਾ ਹੈ ਉਹਦੇ ਨਾਲ ਵੀ ਬੇਈਮਾਨੀ ਕਰੇ, ਉਹਦੇ ਨਾਲ ਵੀ ਪਾਪ ਕਰੇ, ਉਸ ਮਨੁੱਖ ਦੇ ਨਾਲ ਕੀਤੀ ਹੋਈ ਬੇਈਮਾਨੀ ਦਾ ਅਕਿਰਤ ਤੁਹਾਨੂੰ ਇਹ ਮਿਲਦਾ ਹੈ ਕਿ ਉਹਦਾ ਪਾਪ ਕਦੇ ਬਖਸ਼ਿਆ ਨਹੀਂ ਜਾਂਦਾ। ਤੇ ਭਾਈ ਸਾਹਿਬ ਜੀ ਕਹਿੰਦੇ ਜੇ ਆਮ ਮਨੁੱਖ ਦੀ ਗੱਲ ਹੈ ਜਿਹੜਾ ਸਤਿਗੁਰੂ ਜੀ ਦੇ ਨਾਲ ਅਕਿਰਤ ਘੰਟਾ ਕਰ ਲੈਂਦਾ ਹੈ, ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਗੁਰੂ ਦੇ ਕੀਤੇ ਉਪਕਾਰਾਂ ਨੂੰ ਭੁੱਲ ਕੇ ਬਹਿ ਜਾਂਦਾ ਹੈ, ਫਿਰ ਉਹਦਾ ਦੱਸੋ ਕੀ ਹਸ਼ਰ ਹੋਏਗਾ। ਸ਼ਾਇਦ ਅੱਜ ਜੋ ਮਨੁੱਖਤਾ ਦਾ ਹਾਲ ਹੋਇਆ ਪਿਆ ਜਾਂ ਪੰਜਾਬ ਦੀ ਧਰਤੀ ਜਾਂ ਮੇਰੇ ਇਸ ਦੇਸ਼ ਦੀ ਧਰਤੀ ਤੇ ਜਿੰਨਾ ਵੀ ਅੱਜ ਇਹ ਕੂੜ ਦਾ ਬੋਲਬਾਲਾ, ਜਿੰਨਾ ਅੱਜ ਦੁੱਖ ਕਸ਼ਟ ਸਹਿਣੇ ਪੈ ਰਹੇ ਨੇ, ਇਹਦਾ ਕਾਰਨ ਸ਼ਾਇਦ ਇਹੀ ਹੈ ਕਿ ਅਸੀਂ ਗੁਰੂ ਤੋਂ ਬੇਮੁਖ ਹੋ ਗਏ। ਅਸੀਂ ਗੁਰੂ ਨੂੰ ਭੁੱਲ ਕੇ ਬੈਠ ਕੇ ਗੁਰੂ ਦੇ ਪਰ ਉਪਕਾਰਾ, ਜਿਸ ਗੁਰੂ ਨੇ ਸਰਬੰਸ ਵਾਰ ਕੇ ਕੇਵਲ ਇੰਨਾ ਆਖਿਆ ਸੀ ਕਿ ਕੇਸਾ ਧਾਰੀ ਹੋਵੀ ਦਾੜਾ ਰੱਖੀ, ਖੱਡੇ ਵਾਟੇ ਦਾ ਅੰਮ੍ਰਿਤ ਛਕ ਕੇ ਪੰਜ ਪ੍ਰਕਾਰਾਂ ਦਾ ਧਾਰਨੀ ਹੋਦੀ, ਮੈਂ ਤੇਰੇ ਵਿੱਚੋਂ ਆਪਣੇ ਲਾਲ ਆਪਣੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਾਂਗਾ। ਇਨ ਪੁੱਤਰਨ ਕੇ ਸੀਸ ਪਰਵਾਰ ਕੇ ਸੁਖ ਚਾਰ ਹੁਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਜਿਨੇ ਇਹ ਕਿਹਾ ਸੀ ਕਿ ਇਹਨਾਂ ਹਜ਼ਾਰਾਂ 'ਚ ਮੈਂ ਆਪਣਾ ਅਜੀਤ ਸਿੰਘ ਵੇਖਾਂਗਾ, ਆਪਣਾ ਜੁਝਾਰ ਸਿੰਘ ਵੇਖਾਂਗਾ, ਆਪਣਾ ਜੋਰਾਵਰ ਸਿੰਘ, ਆਪਣਾ ਫਤਿਹ ਸਿੰਘ, ਇਹਨਾਂ ਦੇ ਵਿੱਚੋਂ ਵੇਖਾਂਗਾ। ਜਦੋਂ ਉਸ ਗੁਰੂ ਦੀ ਸਿੱਖੀ ਨੂੰ ਤਿਲਾਂਜਲੀ ਦੇ ਦਿੱਤੀ, ਉਸ ਗੁਰੂ ਤੋਂ ਬੇਮੁਖ ਹੋ ਕੇ ਉਹਦੀ ਮਰਿਆਦਾ ਨੂੰ ਤਿਆਗ ਦਿੱਤਾ, ਉਹਦੇ ਅੰਮ੍ਰਿਤ ਨੂੰ ਤਿਆਗ ਦਿੱਤਾ, ਕੇਸ ਕਤਲ ਕਰਵਾੜੇ, ਦਾੜਾ ਕਤਲ ਕਰਵਾ ਦਿੱਤਾ, ਕਲੀਨ ਸ਼ੇਵ ਹੋ ਕੇ ਬਿਲਕੁਲ ਗੁਰੂ ਤੋਂ ਉਲਟ ਚੱਲਣ ਲੱਗ ਪਏ ਤੇ ਮੇਰੇ ਗੁਰੂ ਨੇ ਖੇਡ ਵਰਤਾ ਦਿੱਤੀ। ਜਿਹੜਾ ਅਕਿਰਤ ਘਣ ਹੋ ਜਾਂਦਾ ਹੈ ਉਹਨੂੰ ਕਿਤੇ ਢੋਈ ਨਹੀਂ ਮਿਲਦੀ। ਮੇਰੇ ਗੁਰੂ ਨੇ ਕੁਝ ਐਸੀ ਖੇਡ ਵਰਤਾ ਦਿੱਤੀ ਹੈ ਕਿ ਸਾਨੂੰ ਦਾਤਾਰ ਦੇ ਮੰਗਤੇ ਦੇ ਬਣਾ ਕੇ ਰੱਖ ਦਿੱਤਾ ਤੇ ਮਾਫ ਕਰਨਾ। ਅੱਜ ਅਸੀਂ ਆਪਣੀਆਂ ਹੀ ਜ਼ਮੀਨਾਂ ਦੇ ਵਾਸਤੇ ਰੋਂਦੇ ਫਿਰ ਰਹੇ ਹਾਂ ਕਿ ਸਾਡੇ ਹੱਕ ਨੇ, ਸਾਨੂੰ ਦਿਓ। ਤੇ ਜੇ ਗੁਰੂ ਤੋਂ ਬੇਮੁਖ ਨਾ ਹੋਏ ਹੁੰਦੇ ਸ਼ਾਇਦ ਆਪ ਨਾ ਵੇਖਣਾ। ਜੇ ਗੁਰ ਤੇ ਬੇਮੁਖ ਹੋ ਗਏ ਫਿਰ ਸਤਿਗੁਰੂ ਨੂੰ ਨਾ ਪਾਵੇ। ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲਗਨ ਜਨਮ ਦੇ ਲੋਗ। ਗੁਰੂ ਕਿਰਪਾ ਕਰੇ। ਭਾਈ ਸਾਹਿਬ ਜੀ ਕਹਿੰਦੇ ਨੇ ਜੇ ਸਤਿਗੁਰ ਕੇ ਹੈ ਅਪਕਾਰੀ, ਜਿਹੜੇ ਸਤਿਗੁਰੂ ਜੀ ਦੇ ਦੋਖੀ ਨੇ, ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਜੋ ਗੁਰ ਗੋਪੇ ਆਪਣਾ, ਉਹਦਾ ਕਦੇ ਭਲਾ ਨਹੀਂ ਹੋ ਸਕਦਾ। ਜਿਹੜਾ ਆਪਣੇ ਗੁਰੂ ਨੂੰ ਲੁਕਾਉਂਦਾ ਹੈ, ਜਿਹੜਾ ਆਪਣੇ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਆਪਣੇ ਗੁਰੂ ਦੀ ਨਿੰਦਿਆ ਕਰਦਾ ਜਾਂ ਆਪਣੇ ਗੁਰੂ ਦੇ ਚਰਨਾਂ ਤੋਂ ਦੂਰ ਹੋ ਜਾਂਦਾ ਹੈ ਨਾ, ਉਹਦਾ ਭਲਾ ਨਹੀਂ। ਕਿਤੇ ਛੁੱਟ ਹੈ ਨਾ ਸੰਕਟ ਪਾਵੇ ਭਾਰੀ, ਭਾਈ ਸਾਹਿਬ ਜੀ ਕਹਿੰਦੇ ਫਿਰ ਉਹਦਾ ਕਦੇ ਛੁਟਕਾਰਾ ਨਹੀਂ ਹੋ ਸਕਦਾ। ਗੁਰੂ ਤੋਂ ਬੇਮੁਖ ਹੋ ਜੇ ਤੇ ਭਾਈ ਸਾਹਿਬ ਜੀ ਕਹਿੰਦੇ ਉਹਨੂੰ ਫਿਰ ਬੜੇ ਦੁੱਖ ਸਹਿਣੇ ਪੈਂਦੇ ਨੇ। ਜਿਹੜਾ ਗੁਰੂ ਦੀ ਬਾਣੀ ਤੋਂ, ਗੁਰੂ ਦੀ ਮਰਿਆਦਾ ਤੋਂ, ਗੁਰੂ ਦੇ ਅਸੂਲਾਂ ਤੋਂ ਹੀ ਟੁੱਟ ਕੇ ਬੰਦਾ, ਭਾਈ ਸਾਹਿਬ ਜੀ ਕਹਿੰਦੇ ਉਹਦਾ ਭਲਾ ਨਹੀਂ ਹੋ ਸਕਦਾ। ਛੁੱਟ ਹੈ ਨਾ, ਉਹ ਕਦੇ ਛੁੱਟ ਨਹੀਂ ਸਕਦਾ ਦੁੱਖਾਂ ਤੋਂ। ਸੰਕਟ ਪਾਵੇ ਭਾਰੀ, ਉਹ ਬੜੇ ਭਾਰੇ ਸੰਕਟ ਪਾਉਂਦਾ ਹੈ, ਫਿਰ ਬਹੁਤ ਦੁਖੀ ਹੋਣਾ ਪੈਂਦਾ ਹੈ। ਇਹ ਮਾਨਵ ਅਜਾਣ ਕਿਹਾ ਜਾਂਦਾ ਹੈ, ਪਰ ਆਮ ਮਨੁੱਖ ਕਿੱਥੋਂ ਜਾਣਦਾ ਇਸ ਗੱਲ ਨੂੰ। ਲੋਕ ਨਹੀਂ ਸਮਝਦੇ ਇਹਨਾਂ ਗੱਲਾਂ ਨੂੰ ਕਿ ਗੁਰੂ ਤੋਂ ਬੇਮੁਖ ਹੋ ਕੇ ਸਾਨੂੰ ਦੁੱਖ ਮਿਲਿਆ। ਮੈਂ ਤਾਂ ਸਭ ਵਿਦ ਲਮੋ ਮਨਾਨੈ, ਮਨੁੱਖ ਇਹ ਕਹਿੰਦਾ ਕਿ ਜੋ ਕੁਝ ਮੈਂ ਹੀ ਹਾਂ, ਸਾਰਾ ਕੁਝ ਮੇਰੇ ਕਰਕੇ ਹੋ ਰਿਹਾ, ਮੈਂ ਹੀ ਮਾਲਕ ਹਾਂ ਸਾਰੇ ਕੁਝ ਦਾ। ਤਾਂ ਭਾਈ ਸਾਹਿਬ ਜੀ ਕਹਿੰਦੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ, ਪਰ ਮੈਂ ਇਸ ਗੱਲ ਨੂੰ ਸਮਝਦਾ। ਭਾਈ ਮੱਖਣ ਸ਼ਾਹ ਕਹਿੰਦੇ ਮੈਂ ਤਾਂ ਸਭ ਕੁਝ ਲਮੋ ਮਹਾਨੈ, ਕਹਿੰਦੇ ਮੈਂ ਤੇ ਹਰ ਤਰੀਕੇ ਦੇ ਨਾਲ ਇਹੀ ਸਮਝਦਾ ਕਿ ਇਹ ਸਾਰੀ ਕਿਰਪਾ ਗੁਰੂ ਦੀ ਵਰਤਦੀ ਹੈ। ਗੁਰੂ ਨੇ ਬਖਸ਼ਿਸ਼ ਕਰਕੇ ਮੇਰਾ ਜਹਾਜ਼ ਜਿਹੜਾ ਹੈ ਉਹ ਰੇਤ ਦੇ ਪਹਾੜ ਤੋਂ ਠਾਹ ਉਤਾਰ ਕੇ ਪਾਣੀ ਵਿੱਚ ਲੈ ਆਂਦਾ ਹੈ। ਗੁਰੂ ਨੇ ਮੇਰਾ ਜਹਾਜ਼ ਜਿਹੜਾ ਉਤਾਰਿਆ ਹੈ। ਇਹ ਵਿਚਾਰਤ ਚੱਲਿਓ ਜਹਾਜੂ, ਗੁਰ ਪੂਰੈ ਨਿਤ ਸਿੱਖਣ ਕਾਜੂ।
ਭਾਈ ਸਾਹਿਬ ਜੀ ਲਿਖਦੇ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰਾ ਗੁਰੂ ਹਮੇਸ਼ਾ ਹੀ ਆਪਣੇ ਸਿੱਖਾਂ ਦੇ ਕਾਰਜ ਰਾਸ ਕਰਦਾ ਹੈ। ਇਸ ਤਰ੍ਹਾਂ ਦੀ ਵਿਚਾਰ ਲੈ ਕੇ ਭਾਈ ਮੱਖਣ ਸ਼ਾਹ ਕਿ ਮੇਰਾ ਗੁਰੂ ਹੀ ਮੇਰਾ ਸਹਾਇਕ ਬਣਿਆ, ਆਪਣੇ ਜਹਾਜ਼ ਦੇ ਵਿੱਚ ਬੈਠ ਕੇ ਅੱਗੇ ਨੂੰ ਤੁਰਿਆ ਹੈ। ਪਹੁੰਚੋ ਆਣੇ ਆਪਣੇ ਥਾਨੂੰ, ਲੀਨਸ ਵਸਤਰ ਤਾਰ ਮਹਾਨੂੰ। ਇਸ ਤਰ੍ਹਾਂ ਭਾਈ ਮੱਖਣ ਸ਼ਾਹ ਗੁਰੂ ਦਾ ਜਸ ਕਰਦਾ, ਮਨ ਹੀ ਮਨ ਗੁਰੂ ਦੀਆਂ ਵਡਿਆਈਆਂ ਕਰਦਾ ਹੋਇਆ ਆਪਣੇ ਟਿਕਾਣੇ ਤੇ ਪਹੁੰਚਿਆ। ਆ ਕੇ ਉਹਨੇ ਜਹਾਜ਼ ਨੂੰ ਕਿਨਾਰੇ ਲਾਇਆ, ਜਿੱਥੇ ਉਤਰਨਾ ਸੀ ਉੱਥੇ ਕਿਨਾਰੇ ਲਾ ਕੇ ਸਾਰੀਆਂ ਵਸਤੂਆਂ, ਜਿਹੜਾ ਵਣਜ ਵਪਾਰ ਦਾ ਸਮਾਨ ਸੀ, ਉਹਨੇ ਜਹਾਜ਼ ਤੋਂ ਉਤਾਰਿਆ ਹੈ। ਸੌਦਾ ਸਕਲ ਵੇਚਿਓ ਕਰਿਓ, ਬਹੁਤ ਲਾਭ ਤਿਸ ਪਾਲੈ ਭਰਿਓ। ਤਾਂ ਭਾਈ ਸਾਹਿਬ ਜੀ ਕਹਿੰਦੇ ਫਿਰ ਉਹ ਬਹੁਤ ਸਾਰਾ ਜਿਹੜਾ ਸੌਦਾ ਦੂਜੇ ਦੇਸ਼ ਤੋਂ ਲੈ ਕੇ ਆਇਆ ਸੀ ਮੱਖਣ ਸ਼ਾਹ, ਆਪਣੇ ਦੇਸ਼ ਵਿੱਚ ਆ ਕੇ ਉਹਨੇ ਸੌਦਾ ਵੇਚਿਆ ਸਾਰਾ, ਬਹੁਤ ਸਾਰਾ ਧਨ ਖੱਟਿਆ ਉਹਨੇ, ਬੜਾ ਲਾਭ ਪ੍ਰਾਪਤ ਹੋਇਆ ਉਹਨੂੰ। ਆਏ ਜਾਏ ਵੇ ਖੇਪ ਜੋ ਦੋਏ, ਕਰਿਓ ਵਣਜ ਅਧ ਕੈ ਧਨ ਹੋਏ। ਭਾਈ ਸਾਹਿਬ ਜੀ ਕਹਿੰਦੇ ਆਉਣ ਜਾਣ ਵਾਲੇ ਵੇਲੇ ਮਾਲ ਜਿਹੜਾ ਵਪਾਰ ਕੀਤਾ ਸੀ ਉਹ ਭਾਈ ਮੱਖਣ ਸ਼ਾਹ ਨੇ, ਇਸ ਸਾਰੇ ਵਣਜ ਵਪਾਰ ਤੋਂ ਬਾਅਦ ਉਹਨੂੰ ਬਹੁਤ ਵੱਡਾ ਧਨ ਪਦਾਰਥ ਪ੍ਰਾਪਤ ਹੋਇਆ, ਬੜਾ ਉਹਨੂੰ ਧਨ ਮਿਲਿਆ ਹੈ। ਭਇਓ ਧਨਾੜ ਸਿੱਖ ਤਮ ਭਾਰਾ, ਰਾਖੇ ਨੌਕਰ ਆਪਣੇ ਦੁਆਰਾ। ਫਿਰ ਭਾਈ ਮੱਖਣ ਸ਼ਾਹ ਨੇ ਕੀ ਕੀਤਾ ਹੈ, ਬਹੁਤ ਵੱਡਾ ਧਨਾੜ ਧਨੀ ਬੰਦਾ ਬਣ ਗਿਆ ਭਾਈ ਮੱਖਣ ਸ਼ਾਹ, ਬੜਾ ਧਨ ਪਦਾਰਥ ਇਹਦੇ ਘਰ ਦੇ ਵਿੱਚ ਹੋਰ ਆ ਗਿਆ। ਫਿਰ ਇਹਨੇ ਹੋਰ ਬਹੁਤ ਸਾਰੇ ਨੌਕਰ ਜਿਹੜੇ ਨੇ ਆਪਣੇ ਘਰ ਰੱਖ ਲਏ ਹਨ। ਗੁਰ ਸਿੱਖੀ ਪਰ ਅਦਕ ਲੁਭਾਇਓ, ਸਿਮਰੈ ਬਾਰ ਬਾਰ ਸੁਖ ਪਾਇਓ। ਹੁਣ ਵੇਖੋ, ਆਮ ਬੰਦਾ ਮੇਰੇ ਵਰਗਾ ਉਸ਼ੀ ਬਿਰਤੀ ਦਾ ਚਾਰ ਕੁਛ ਛੱਡਣਾ ਘਰ ਦੇ ਵਿੱਚ ਆ ਜਾਣ, ਥੋੜਾ ਜਿਹਾ ਧਨ ਪਦਾਰਥ ਘਰ ਵਿੱਚ ਆ ਜੇ ਤੇ ਰੱਬ ਨੂੰ ਭੁੱਲ ਜਾਂਦਾ ਹੈ, ਗੁਰੂ ਨੂੰ ਭੁੱਲ ਜਾਂਦਾ ਹੈ, ਅਕਿਰਤ ਕਣ ਹੋ ਜਾਂਦਾ ਹੈ। ਮੈਂ ਬਹੁਤ ਵੇਖੇ ਤੇ ਸ਼ਾਇਦ ਮੇਰੀ ਵੀ ਬਿਰਤੀ ਕੁਝ ਐਸੀ ਵੀ ਹੋਵੇਗਾ, ਆਪਾਂ ਦੂਜੇ ਨੂੰ ਕਿਉਂ ਦੋਸ਼ ਦਈਏ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਆਪਣਾ ਗਿਰੀਵਾਨ ਮੈਂ ਸਿਰ ਨੀਵਾ ਕਰਦੇ। ਪਹਿਲਾਂ ਆਪਣੀ ਗੱਲ ਕਰ। ਜਦੋਂ ਘਰ ਦੇ ਵਿੱਚ ਕੁਝ ਨਾ ਹੋਵੇ, ਬੰਦਾ ਲਾਚਾਰ ਹੋਵੇ, ਗਰੀਬ ਹੋਵੇ, ਦਰਿਦਰੀ ਹੋਵੇ, ਤੇ ਫਿਰ ਉਹ ਗੁਰੂ ਦੇ ਅੱਗੇ ਆ ਕੇ ਝੋਲੀਆਂ ਅੱਡਦਾ, ਮੰਗਦਾ, ਤਰਲੇ ਲੈਂਦਾ ਕਿ ਮੇਰੀ ਝੋਲੀ ਵਿੱਚ ਕੋਈ ਦਾਤ ਪਾ ਦਿਓ, ਅਰਦਾਸਾਂ ਕਰਾਉਂਦਾ। ਜਿਸ ਦਿਨ ਘਰ ਦੇ ਵਿੱਚ ਧਨ ਪਦਾਰਥ ਆਉਂਦੇ, ਉਸ ਦਿਨ ਇੰਨਾ ਕੀਮਤ ਘਰ ਹੋ ਜਾਂਦਾ ਕਿ ਗੁਰੂ ਦਾ ਸ਼ੁਕਰਾਨਾ ਕਰਨ ਤੱਕ ਹੁੰਦਾ। ਕਿਤੇ ਹੁਣ ਤੇ ਜੀ ਕਾਰੋਬਾਰ ਬਹੁਤ ਵੱਧ ਗਿਆ, ਟਾਈਮ ਹੀ ਨਹੀਂ ਲੱਗਦਾ ਗੁਰਦੁਆਰੇ ਜਾਣ ਦਾ। ਇਹਨੂੰ ਹੀ ਅਕਿਰਤ ਘਟ ਕਹਿੰਦੇ। ਜਿਹੜਾ ਗੁਰੂ ਦੀ ਕੀਤੀ ਨੂੰ ਨਾ ਜਾਣੇ ਜਾਂ ਕਿਸੇ ਦੀ ਕੀਤੀ ਨੂੰ ਨਾ ਜਾਣੇ, ਜਿਹੜਾ ਗੁਰੂ ਦੇ ਉਪਕਾਰ ਨੂੰ ਭੁੱਲ ਕੇ ਬਹਿ ਜਾਏ, ਉਹਨੂੰ ਅਕਿਰਤ ਘਟ ਕਹਿੰਦੇ ਨੇ। ਤੇ ਅਕਿਰਤ ਘਟ ਬੰਦੇ ਦਾ ਕਦੇ ਭਲਾ ਨਹੀਂ। ਹੁਣ ਭਾਈ ਮੱਖਣ ਸ਼ਾਹ ਧਨ ਬਹੁਤ ਹੈ ਘਰ ਦੇ ਵਿੱਚ, ਧਨ ਪਦਾਰਥ ਬੜਾ ਆ ਗਿਆ, ਨੌਕਰ ਚਾਕਰ ਬਹੁਤ ਰੱਖ ਲਏ ਨੇ। ਪਰ ਭਾਈ ਸਾਹਿਬ ਜੀ ਕਹਿੰਦੇ ਨੇ, ਇਹ ਜਿਹੜਾ ਮੱਖਣ ਸ਼ਾਹ, ਜਿੱਥੇ ਧਨ ਪਦਾਰਥ ਵਧਿਆ, ਜਿੱਥੇ ਨੌਕਰ ਚਾਕਰ ਵਧੇ, ਉੱਥੇ ਇਹਦੇ ਅੰਦਰ ਗੁਰ ਸਿੱਖੀ ਪਰ ਅਧਿਕ ਲੁਭਾਇਓ, ਇਹਦੇ ਅੰਦਰ ਗੁਰ ਸਿੱਖੀ ਦਾ ਬੜਾ ਲੋਭ ਵੱਧ ਗਿਆ। ਭਾਵ ਇੱਕ ਤੇ ਹੁੰਦਾ ਨਾ, ਬੰਦਾ ਧਨ ਖੱਟਦਾ ਤੇ ਧਨ ਦਾ ਜ਼ਿਆਦਾ ਲੋਭ ਹੁੰਦਾ ਕਿ ਮੇਰੇ ਕੋਲ ਇੰਨਾ ਕੁ ਧਨ, ਇਹਨੂੰ ਹੋਰ ਵਧਾਵਾ, ਧਨ ਦਾ ਲੋਭ ਹੁੰਦਾ। ਇਹਦੇ ਅੰਦਰ ਵੀ ਇੱਕ ਲੋਭ ਪੈਦਾ ਹੋ ਗਿਆ। ਇਹ ਸੀ ਕਿ ਮੈਂ ਗੁਰੂ ਦੀ ਸਿੱਖੀ ਕਮਾਵਾਂ। ਗੁਰੂ ਕਿਰਪਾ ਕਰੇ ਕਿਸੇ ਦੇ ਅੰਦਰ ਇਹ ਲੋਭ ਵੱਧ ਜਾਏ ਕਿ ਮੈਂ ਗੁਰੂ ਦੀ ਸਿੱਖੀ ਕਮਾਵਾਂ। ਇਹ ਲੋਭ ਨਹੀਂ ਬਣਦਾ ਕਿਸੇ ਦੇ ਅੰਦਰ। ਹਰ ਦੇਖੋ, ਇਹਨੂੰ ਹੀ ਕਹਿੰਦੇ ਨਾ ਕਿ ਦਵਾਈ ਜਿਹੜੀ ਆ ਰੋਗ ਦੇ ਵਿੱਚੋਂ ਦਵਾਈ ਲੱਭਣੀ ਹੈ। ਤੇ ਲੋਭ ਮਾੜਾ, ਪਰ ਜੇ ਲੋਭ ਇਸ ਪਾਸੇ ਤੁਰ ਪਏ ਕਿ ਮੈਂ ਸਿੱਖੀ ਕਮਾਉਣੀ ਹੈ, ਇੱਕ ਜਪਜੀ ਸਾਹਿਬ ਦਾ ਪਾਠ ਕਰਦੇ ਲੋਭ ਬਣ ਜੇ ਮੈਂ 2 ਕਰਨੇ ਨੇ, 3 ਕਰਨੇ ਨੇ, ਇਹ ਲੋਭ ਵੀ ਚੰਗਾ ਹੋ ਜਾਂਦਾ। ਸਾਥ ਗੁਰੂ ਕਿਰਪਾ ਕਰੇ ਖੇਡ ਵਰਤੇ ਤਾਂ ਉਹਦੇ ਅੰਦਰ ਇੱਕ ਲੋਭ ਪੈਦਾ ਹੋ ਗਿਆ ਕਿ ਮੈਂ ਗੁਰੂ ਦੀ ਸਿੱਖੀ ਕਮਾਵਾਂ। ਗੁਰ ਸਿੱਖੀ ਪਰ ਅਧਿਕ ਲੁਭਾਇਓ, ਬੜਾ ਉਹਦੇ ਅੰਦਰ ਲੋਭ ਵੱਧ ਗਿਆ ਵੀ ਮੈਂ ਜ਼ਿਆਦੀ ਗੁਰੂ ਦੀ ਸਿੱਖੀ ਕਮਾਉਣੀ ਹੈ। ਸਿਮਰੇ ਵਾਰ-ਵਾਰ ਰੱਬ ਨੂੰ ਯਾਦ ਕਰਦਾ ਹੈ, ਵਾਰ-ਵਾਰ ਗੁਰੂ ਨਾਨਕ ਨੂੰ ਯਾਦ ਕਰਦਾ ਹੈ, ਤੇ ਬੜਾ ਇਹਨੇ ਸੁੱਖ ਪ੍ਰਾਪਤ ਕੀਤਾ ਜੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਓ। ਜੇ ਤੁਸੀਂ ਗੁਰੂ ਨੂੰ ਸਿਮਰੋਗੇ ਤੇ ਗੁਰੂ ਜੀ ਕਹਿੰਦੇ ਸਿਮਰ ਸਿਮਰ ਕੇ ਬੜਾ ਸੁੱਖ ਮਿਲੇਗਾ, ਤੇ ਸਾਰੇ ਕਲ ਕਲੇਸ਼ ਜਿਹੜੇ ਉਹ ਨਾਸ਼ ਹੋ ਜਾਣਗੇ। ਰਹਿ ਨਾ ਸਕਿਓ ਚਾਹੇ ਦਰਸ਼ਨ ਦੇਖਾ, ਚੱਲਿਓ ਪੰਥ ਲੋ ਸੌਜ ਮਸ਼ੇਖਾ। ਹੁਣ ਮੱਖਣ ਸ਼ਾਹ ਦੇ ਕੋਲੋਂ ਰਿਹਾ ਨਾ ਗਿਆ, ਜੇਲ੍ਹ ਦਾ ਰਹਿਣ ਵਾਲਾ ਹੈ। ਗੁਰੂ ਨਾਨਕ ਦੇ ਚਰਨਾਂ ਨਾਲ ਕੁਝ ਐਸਾ, ਗੁਰ ਸਿੱਖੀ ਦੇ ਨਾਲ ਕੁਝ ਐਸਾ ਪਿਆਰ ਬਣ ਗਿਆ। ਹੁਣ ਇਹਦੇ ਮਨ ਦੇ ਵਿੱਚ ਬੜੀ ਤੜਪ ਪੈਦਾ ਹੋ ਗਈ ਕਿ ਮੈਂ ਉਸ ਸਮਰੱਥ ਗੁਰੂ ਦੇ ਦਰਸ਼ਨ ਕਰਾਂ ਜਿਸ ਗੁਰੂ ਨੇ ਮੇਰਾ ਬੇੜਾ ਬੰਨੇ ਲਾਇਆ।
ਹਾਲਾਂਕਿ ਇਹਨੂੰ ਅਜੇ ਪਤਾ ਨਹੀਂ ਕਿ ਗੁਰੂ ਜੋਤ ਕਿਹੜੀ ਹੈ, ਇਸ ਸਮੇਂ ਕਿਹੜੇ ਗੁਰੂ ਸਾਹਿਬਾਨ ਜਿਹੜੇ ਸੰਸਾਰ ਦੇ ਵਿੱਚ ਰਹੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਹੁਣ ਤੱਕ 8 ਜਾਮੇ ਗੁਰੂ ਵਰਤ ਚੁੱਕੇ ਹੈ ਤੇ 9ਵੇਂ ਗੁਰੂ ਅਜੇ ਪ੍ਰਗਟ ਨਹੀਂ ਹੋਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਪਤ ਰੂਪ ਵਿੱਚ ਵਰਤ ਰਹੇ ਨੇ, ਪਰ ਇਹਦੇ ਅੰਦਰ ਮਨ ਦੇ ਵਿੱਚ ਇੱਛਾ ਬਣ ਗਈ ਕਿ ਮੈਂ ਗੁਰੂ ਦੇ ਦਰਸ਼ਨ ਕਰਾਂ। ਤੇ ਗੁਰੂ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਭਾਈ ਮੱਖਣ ਸ਼ਾਹ ਆਪਣੇ ਘਰੋਂ ਤੁਰਿਆ। ਬਹੁਤ ਸਾਰਾ ਸਮਾਨ ਉਹਨੇ ਗੁਰੂ ਨੂੰ ਭੇਟ ਕਰਨ ਦੇ ਵਾਸਤੇ ਲਿਆ ਹੈ। ਸੇਵਕ ਨੌਕਰ ਰਖ ਸਮੁਦਾਇ ਮਦਰ ਦੇਸ਼ ਕੇ ਸਨਮੁਖ ਆਏ। ਭਾਈ ਮੱਖਣ ਸ਼ਾਹ ਬਹੁਤ ਸਾਰੇ ਸੇਵਕਾਂ ਨੂੰ ਨਾਲ ਲਿਆ, ਬਹੁਤ ਸਾਰਾ ਧਨ ਪਦਾਰਥ ਲਿਆ ਗੁਰੂ ਨੂੰ ਭੇਟ ਕਰਨ ਵਾਸਤੇ, ਨਾਲ ਨੌਕਰ ਲਏ ਆਪਣੇ। ਤੇ ਮਦਰ ਦੇਸ਼ ਭਾਵ ਪੰਜਾਬ ਦੀ ਧਰਤੀ ਜਿਹੜੀ ਹੈ, ਇਸ ਪਾਸੇ ਮੈਨੇ ਰੁਖ ਕੀਤਾ ਹੈ। ਦਰਸ਼ਨ ਗੁਰੂ ਪ੍ਰਤੀਖਣ ਕਰੇ, ਸਿਮਰੈ ਨਾਮ ਸਦਾ ਉਰ ਧਰੈ। ਕਹਿੰਦਾ ਮੈਂ ਗੁਰੂ ਜੀ ਦੇ ਦਰਸ਼ਨ ਕਰਾਂਗਾ, ਇਹ ਸੋਚ ਕੇ ਉਡੀਕ ਕਰਨ ਲੱਗ ਗਿਆ। ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ, ਬਾਰ-ਬਾਰ ਵਾਹਿਗੁਰੂ 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 ਜਪਦਾ ਹੈ। ਤੇ ਨਾਲੇ ਮਨ ਦੇ ਵਿੱਚ ਤਾਂਘ ਜੀ ਬਣੀ ਹੋਈ, ਕਦੋਂ ਮੈਨੂੰ ਗੁਰੂ ਦੇ ਦਰਸ਼ਨ ਹੋਣਗੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਜਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋੜੀ ਜਿਉ ਘੋੜ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀ। ਇਸ ਤਰ੍ਹਾਂ ਦੀ ਕੋਈ ਭਾਵਨਾ ਲੈ ਕੇ ਭਾਈ ਮੱਖਣ ਸ਼ਾਹ ਤੁਰਿਆ ਪੰਜਾਬ ਦੀ ਧਰਤੀ ਵੱਲ ਨੂੰ। ਪੂਰਬ ਦੇਸ਼ ਪੰਥ ਵੜ ਜਾਨਾ, ਵਸੈ ਨਿਸ਼ਾ ਦਿਨ ਕਰੇ ਪਿਆਨਾ। ਪੂਰਬ ਦੇਸ਼ ਦੇ ਇਲਾਕੇ ਨੂੰ ਲੰਮਾ ਪੈਂਡਾ ਜਾਣ ਕੇ ਕਿੱਥੋਂ ਜੇਲ੍ਹ ਤੋਂ ਤੁਰਿਆ ਤੇ ਪੰਜਾਬ ਦੀ ਧਰਤੀ ਤੇ ਇਹਨੇ ਆਉਣਾ ਹੈ। ਪੈਰ ਲੰਮਾ ਪੈਂਡਾ ਲੰਮਾ ਸੀ ਤੇ ਭਾਈ ਸਾਹਿਬ ਜੀ ਕਹਿੰਦੇ ਰਾਤ ਨੂੰ ਕੁਝ ਠਹਿਰ ਜਾਂਦਾ ਹੈ, ਸਾਰਾ ਦਿਨ ਤੁਰਿਆ ਰਹਿੰਦਾ ਹੈ। ਤੁਰ ਕੇ ਆ ਰਿਹਾ ਜਾਂ ਘੋੜਿਆਂ ਤੇ ਸਵਾਰ ਹੋਏਗਾ, ਇਸ ਤੋਂ ਬਾਅਦ ਉਦੋਂ ਕੋਈ ਜਿਹੜਾ ਛੰਦ ਤੇ ਹੈ ਨਹੀਂ ਸੀ। ਤੇ ਇਸ ਤਰ੍ਹਾਂ ਮੱਖਣ ਸ਼ਾਹ ਜਿਹੜਾ ਹੈ ਉਹ ਪੈਂਡਾ ਮਕਾਉਂਦਾ ਆ ਰਿਹਾ। ਕਾਨਣ ਦੇਸ਼ ਨਗਰ ਮੈਂ ਮਾਹੀ, ਮਗ ਮਾਹੀ ਦੇਖਤ ਆਏ ਤੇਰੇ ਕਿਤ ਨਾਹੀ। ਜੰਗਲ ਦਾ ਇਲਾਕਾ ਭਾਵ ਮਾਲਵਾ ਖੇਤਰ ਜਿਹੜਾ ਉਹ ਰਾਹ ਦੇ ਵਿੱਚ ਜਿਹੜੇ ਨਗਰ ਪੈਂਦੇ ਨੇ, ਉਹਨਾਂ ਪਿੰਡਾਂ ਦੇ ਵਿੱਚੋਂ ਲੰਘਦਾ ਆ ਰਿਹਾ ਹੈ। ਰੁਕਿਆ ਨਹੀਂ ਕਿਤੇ ਰਸਤੇ ਦੇ ਵਿੱਚ, ਫਿਰ ਰਾਤ ਕਿਤੇ ਰੁਕਦਾ, ਥੋੜਾ ਸਿਰ ਆਰਾਮ ਕਰਕੇ ਫਿਰ ਤੁਰ ਪੈਂਦਾ। ਗੰਗਾ ਜਮਨਾ ਆਦਿ ਜੇ ਸਲਤਾ, ਵੱਡੋ ਗੰਭੀਰ ਨੀਰ ਜਿਨ ਚਲਤਾ। ਗੰਗਾ ਲੰਘਿਆ, ਜਮਨਾ ਨਦੀ ਪਾਰ ਕੀਤੀ, ਜਿਨ੍ਹਾਂ ਦੇ ਵਿੱਚ ਬੜਾ ਗਹਿਰਾ ਪਾਣੀ ਚੱਲਦਾ ਹੈ। ਉਹਨਾਂ ਨਦੀਆਂ ਨੂੰ ਲੰਘ ਕੇ ਕਰਮ ਕਰਮ ਸਕਲ ਉਲੰਘਤ ਆਵਾ, ਗੁਰ ਦਰਸ਼ਨ ਕੋ ਉਰ ਲਲਚਾਵਾ। ਤੇ ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਨੇ ਉਹ ਕਦਮ ਦਰ ਕਦਮ ਪੈਂਡਾ ਲੰਘ ਕੇ ਸਾਰਾ ਪੈਂਡਾ ਉਹਨੇ ਮੁਕਾਉਣ ਦਾ ਯਤਨ ਕੀਤਾ ਹੈ। ਕਾਹਲੀ ਦੇ ਨਾਲ ਤੁਰਿਆ ਆ ਰਿਹਾ, ਮਨ ਦੇ ਵਿੱਚ ਇੱਕੋ ਭਾਵਨਾ, ਛੇਤੀ ਜਾ ਕੇ ਆਪਣੇ ਗੁਰੂ ਦੇ ਦਰਸ਼ਨ ਕਰਾਂ। ਲੀਨ ਸਰਬ ਪਰਿਵਾਰ ਸੰਗਾਰੇ, ਸੁਤ ਇਸਤਰੀ ਜੁਤ ਸ਼ਰਧਾ ਧਾਰੇ। ਇਕੱਲਾ ਨਹੀਂ ਆ ਰਿਹਾ ਮੱਖਣ ਸ਼ਾਹ। ਭਾਈ ਸਾਹਿਬ ਜੀ ਕਹਿੰਦੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਆਇਆ ਹੈ। ਇਹਦੇ ਪੁੱਤਰ ਨਾਲ ਨੇ, ਇਹਦੀ ਪਤਨੀ ਨਾਲ ਹੈ, ਤੇ ਗੁਰੂ ਘਰ ਦੇ ਪ੍ਰਤੀ ਬੜੀ ਸ਼ਰਧਾ ਭਾਵਨਾ ਪਿਆਰ ਨਾਲ ਤੁਰਿਆ ਆ ਰਿਹਾ ਹੈ। ਸੰਗ 5 ਸੈ ਨੌਕਰ ਔਰ, ਪਾਵਤ ਡੇਰੇ ਔਰ ਸੁਠਾਉਰ। ਇਹਦੇ ਨਾਲ ਪਰਿਵਾਰ ਤੋਂ ਇਲਾਵਾ 500 ਨੌਕਰ ਨਾਲ, ਜਿਹੜੇ ਥਾਂ ਪਰ ਥਾਂ ਡੇਰਾ ਕਰਦੇ ਨਾਲ ਨਾਲ ਤੁਰੇ ਆ ਰਹੇ ਹਨ। ਆਯੁਧ ਧਰੇ ਸਾਥ ਭਟ ਭੀਰ, ਆਵਤ ਮਾਰਗ ਚੱਲੇ ਬਹੀਰ। ਔਰ ਇਹਦੇ ਨਾਲ ਭਾਈ ਸਾਹਿਬ ਜੀ ਕਹਿੰਦੇ ਸੂਰਮੇ ਵੀ ਨੇ ਸ਼ਸਤਰਧਾਰੀ, ਉਹਨਾਂ ਦਾ ਵੀ ਇੱਕ ਟੋਲਾ ਨਾਲ ਤੁਰਿਆ, ਕਿਉਂਕਿ ਵਪਾਰੀ ਬੰਦਾ ਹੈ। ਧਨ ਪਦਾਰਥ ਬਹੁਤ ਸਾਰਾ ਲੈ ਕੇ ਤੁਰਿਆ, ਵਿਖੜੇ ਪੈਂਡਿਆਂ ਚੋਂ ਜੰਗਲਾਂ ਮੇਲਿਆਂ ਚੋਂ ਲੰਘਣਾ ਹੈ। ਤੇ ਨਾਲ ਇਹਨੇ ਸ਼ਸਤਰਧਾਰੀ ਵੀ ਲਏ, ਕਿਤੇ ਸਮੇਂ ਵਿੱਚ ਕੋਈ ਵਿਪਤਾ ਬਣੇਗੀ ਇਹ ਮੇਰੇ ਮਦਦਗਾਰ ਹੋਣਗੇ। ਸ਼ਸਤਰਧਾਰੀ ਸੂਰਮੇ ਨਾਲ ਆ ਰਹੇ ਨੇ। ਸੋ ਇਸ ਤਰ੍ਹਾਂ ਹੀ ਸਾਰਾ ਬਹੀਰ ਜਿਹੜੇ ਤੁਰਿਆ ਆ ਰਿਹਾ ਹੈ। ਦਰਬ ਕੋਸ਼ ਜੇ ਸੰਗ ਵਿਸਾਲਾ, ਦਿਓਸ ਨਿਰੰਤਰ ਆਵਤ ਚਾਲਾ। ਕਹਿੰਦੇ ਇਹਦੇ ਕੋਲ ਬਹੁਤ ਸਾਰਾ ਧਨ ਦੌਲਤ ਹੈ। ਦਰਬ ਕੋਸ਼ ਭਾਵ ਦੌਲਤ ਦਾ ਖਜ਼ਾਨਾ, ਬਹੁਤ ਸਾਰਾ ਦੌਲਤ ਦਾ ਖਜ਼ਾਨਾ ਨਾਲ ਗੁਰੂ ਨੂੰ ਭੇਟ ਕਰਨ ਵਾਸਤੇ ਲਿਆਇਆ ਹੈ। ਔਰ ਦਿਓਸ਼ ਨਿਰੰਤਰ ਕਹਿੰਦੇ ਦਿਨ ਸਮੇਂ ਲਗਾਤਾਰ ਚੱਲਦਾ ਹੈ, ਦਿਨੇ ਨਹੀਂ ਰੁਕਦਾ, ਰਾਤ ਥੋੜਾ ਆਰਾਮ ਕਰ ਲੈਂਦਾ ਹੈ ਔਰ ਸਾਰਾ ਦਿਨ ਤੁਰਦਾ ਹੈ। ਪਹੁੰਚਿਓ ਨਿਕਟ ਜਬੇ ਗੁਰਦੇਸ਼, ਪਿਆਰੀ ਸਿੱਖੀ ਜਾਏ ਵਿਸ਼ੇਸ਼। ਹੁਣ ਭਾਈ ਮੱਖਣ ਸ਼ਾਹ ਜਿੱਥੇ ਗੁਰੂ ਦਾ ਇਲਾਕਾ, ਗੁਰੂ ਦਾ ਦੇਸ਼ ਪੰਜਾਬ ਦੇਸ਼ ਹੈ, ਭਾਵ ਪੰਜਾਬ ਦੀ ਧਰਤੀ ਦੇ ਕੋਲ ਪਹੁੰਚ ਗਿਆ ਹੈ, ਜਿੱਥੇ ਗੁਰੂ ਨਾਨਕ ਦੀ ਬਹੁਤ ਸਾਰੀ ਪਿਆਰੀ ਸਿੱਖੀ ਵਸਦੀ ਹੈ। ਗੁਰੂ ਨਾਨਕ ਸਾਹਿਬ ਦੇ ਪਿਆਰ ਵਾਲੇ ਸਿੱਖ ਜਿੱਥੇ ਵਸਦੇ ਨੇ, ਉਸ ਦੇਸ਼ ਭਾਵ ਪੰਜਾਬ ਦੀ ਧਰਤੀ ਦੇ ਕੋਲ ਪਹੁੰਚ ਗਿਆ। ਫਿਰ ਕਿਵੇਂ ਭਾਈ ਮੱਖਣ ਸ਼ਾਹ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚਦਾ ਹੈ, ਕਿਵੇਂ ਗੁਰੂ ਸਾਹਿਬ ਜੀ ਦੀ ਪਰਖ ਕਰਦਾ ਹੈ, ਭਾਵ ਗੁਰੂ ਸਾਹਿਬ ਜੀ ਕਿਵੇਂ ਪ੍ਰਗਟ ਕਰਦੇ ਸਤਿਗੁਰੂ ਨੂੰ, ਕਿਵੇਂ ਗੁਰੂ ਲਾਧੋਰੇ ਦਾ ਹੋਕਾ ਦੇ